ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਹੋ ਗਿਆ ਚੱਲ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਣਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਪਰਿਆ ਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖੁਸ਼ਾਮੰਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮੈਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾ ਕੀ, ਕਬੀਰ ਜੀ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਟੋਕ ਦਮ ਕਰਾਰੀ ਜੋ ਕਰੋ, ਹਾਜ਼ਰ ਹਾਜ਼ੂਰ ਖੁਦਾਏ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਟੋਕ ਦਮ ਕਰਾਰੀ ਜੋ ਕਰੋ, ਹਾਜ਼ਰ ਹਾਜ਼ੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੀ। ਰਹਾਉ ਦਰੋਗ ਪੜ ਪੜ ਖੁਸ਼ੀ ਹੋਈ, ਬੇਖਬਰ ਬਾਦ ਬਕਾਹੇ। ਹਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੀ। ਅਸਮਾਨ ਮਿਆਨੇ ਲਹੰਗ ਦਰਿਆ, ਗੁਸਲ ਕਰ ਦਨ ਬੂਦਾ। ਕਰ ਫਕਰ ਦਾਇਮ ਲਾਏ ਚਸਮੇ, ਜਹ ਤਹਾਂ ਮੌਜੂਦ। ਅੱਲਾਹ ਪਾਕੰ ਪਾਕ ਹੈ, ਸਾਕ ਕਰੋ ਜੇ ਦੂਸਰ ਹੋਏ।
ਕਬੀਰ ਕਰਮ ਕਰੀਮ ਕਾ ਉਹ ਕਰ ਜਾਣੈ ਸੋਈ। ਅੱਲਾਹ ਪਾਕੰ ਪਾਕ ਹੈ, ਸਾਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ ਉਹ ਕਰ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਸਰਬ ਵਿਆਪੀ, ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ, ਦਸਵੀਂ ਜੋਤ ਕਲਗੀਧਰ ਪਿਤਾ ਸੁਰਬੰਸ ਦਾਨੀ, ਅੰਮ੍ਰਿਤ ਕੇ ਦਾਤੇ ਲੋਕ ਪੁਰੋ ਕੇ ਰਾਖੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ, ਦਸਾਂ ਸਰੂਪਾਂ ਦੀ ਆਤਮਿਕ ਜੋਤ ਭਗਤਾਂ ਔਰ ਸ਼ਕਤੀਆਂ ਸਮੇਤ ਹਾਜ਼ਰ ਹਜ਼ੂਰ, ਜੁਗੋ ਜੁਗ ਅਟਲ ਸ਼ਾਂਤੀ ਦੇ ਪੁੰਜ ਸ਼ਬਦ ਅਵਤਾਰ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਤਾ ਜੋਗ ਹੋ, ਵਡਿਆਈ ਦੇ ਪਾਤਰ ਹੋ। 84 ਭੋਗਦਿਆਂ ਜੰਮਦਿਆਂ ਮਰਦਿਆਂ ਨੂੰ ਕਲਯੁਗ ਦੇ ਸਮੇਂ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਪਦਾਰਥ ਰੂਪੀ ਨਰ ਨਾਰਾਇਣੀ ਮਨੁੱਖਾ ਦੇਹ ਸਰੀਰ ਬਖਸ਼ ਕੀਤਾ ਹੈ। ਸਰੀਰ ਨੂੰ ਸਫਲਾ ਬਣਾਉਣ ਲਈ ਕਦਮ ਸਫਲੇ ਬਣਾਏ ਹਨ। ਹਜ਼ੂਰ ਦੀ ਹਾਜ਼ਰੀ ਵਿੱਚ ਆਪ ਜੀ ਸੀਸ ਝੁਕਾ ਕੇ ਸੰਗਤ ਰੂਪ ਹੋ ਕੇ ਮਿਲ ਕੇ ਬੈਠੇ ਹੋ। ਕਹੋ ਕਬੀਰ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਬੈਕੁੰਠ ਧਾਮ ਵਿੱਚ ਇੰਨਾ ਸਮਾਂ ਸਾਡੀ ਹਾਜ਼ਰੀ ਲੱਗੇਗੀ। ਇੱਥੇ ਆਉਣ ਤੋਂ ਪ੍ਰਾਪਤੀ ਕਿਸ ਦੀ ਹੈ? ਪਰਮੇਸ਼ਰ ਨਿਰੰਕਾਰ ਅਕਾਲ ਪੁਰਖ ਦੀ। ਸੰਗਤ ਦੇ ਅਰਥ ਇਹੀ ਵਿਦਵਾਨਾਂ ਕੀਤੇ ਹਨ। ਸੰਗ ਭਲੀ ਪ੍ਰਕਾਰ ਗਤ ਪ੍ਰਾਪਤੀ, ਜਿਹੜੀ ਹੋਰ ਕਿਤੇੋਂ ਨਹੀਂ ਹੋ ਸਕਦੀ, ਗੁਰੂ ਚਰਨਾਂ 'ਚ ਹੁੰਦੀ ਹੈ। ਅੰਮ੍ਰਿਤ ਵੇਲੇ ਤੋਂ ਮਹਾਰਾਜ ਸਰੂਪ ਪ੍ਰਕਾਸ਼ ਹੋਣ ਤੋਂ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਭਗਤ ਕਬੀਰ ਜੀ ਰਸਨਾ ਦੁਆਰਾ ਆਇਆ ਹੁਕਮਨਾਮਾ ਆਪ ਜੀ ਨੇ ਸਤਿਕਾਰਯੋਗ ਵੀਰ ਦੀ ਰਸਨਾ ਤੋਂ ਸਰਵਣ ਕੀਤਾ ਹੈ। ਇਸ ਦੀ ਜੋ ਵਿਚਾਰ ਹੈ ਮਹਾਰਾਜ ਸਾਹਿਬ ਕਿਰਪਾ ਕਰਕੇ ਆਪ ਕਰਵਾ ਲੈਣ। ਸੋ ਗੁਰਮੁਖੋ ਪਰਮੇਸ਼ਰ ਨਿਰੰਕਾਰ ਕਰਤੇ ਪੁਰਖ ਨੇ ਪੰਜਾਂ ਤੱਤਾਂ ਦੁਆਰਾ, ਚਾਰ ਖਾਣੀਆਂ ਦੁਆਰਾ ਸਾਰੀ ਸ੍ਰਿਸ਼ਟੀ ਸਾਜੀ ਹੈ। ਉਸ ਵਿੱਚ ਹੀ ਆਪਾਂ ਸਾਰੇ ਹਾਂ, ਉਸ ਤੋਂ ਬਾਹਰ ਨਹੀਂ। ਜਿਹੜਾ ਵੀ ਜੀਵ ਸਰੀਰ ਲੈ ਕੇ ਦੁਨੀਆ 'ਤੇ ਆ ਗਿਆ, ਦੂਜੀ ਵਾਰੀ ਉਹਦੀ ਮਰਨ ਦੀ ਹੈ ਅਤੇ ਸਿਰ 'ਤੇ ਖੜੀ ਹੈ। ਉਸ ਮੌਤ ਨੂੰ ਚੇਤੇ ਰੱਖਣਾ ਚਾਹੀਦਾ ਹੈ ਤਾਂ ਕਿ ਮਨ ਵਿੱਚ ਵਿਰਾਗ ਪੈਦਾ ਹੋਵੇ। ਵਿਰਾਗ ਤੋਂ ਫਿਰ ਤਿਆਗ ਪਦ ਪ੍ਰਾਪਤ ਹੁੰਦਾ ਹੈ। ਮਹਾਰਾਜ ਸਾਹਿਬ ਨੇ ਸਮੇਂ ਸਮੇਂ ਅਨੁਸਾਰ ਅਵਤਾਰ ਪੈਗੰਬਰ ਔਲੀਏ ਸੰਤ ਭਗਤ ਦੁਨੀਆ 'ਤੇ ਸ਼ਕਤੀਆਂ ਦੇ ਕਰਕੇ ਭੇਜੇ ਹਨ। ਅਤੇ ਕਲਯੁਗ ਦੇ ਸਮੇਂ ਵਿੱਚ ਖਾਸ ਤੌਰ 'ਤੇ ਮਹਾਰਾਜ ਸਾਹਿਬ ਜੀ ਨੂੰ ਆਪ ਪ੍ਰਗਟ ਹੋਣਾ ਪਿਆ। ਜਦੋਂ ਬਹੁਤ ਭਾਰੀ ਜ਼ੁਲਮ ਵੱਧ ਗਏ, ਪਾਪ ਵੱਧ ਗਏ, ਚੱਲੀ ਪਾਪ ਕੀ ਜਗਤ ਕਹਾਣੀ। ਭਾਗਾ ਧਰਮ ਛਾੜ ਰਾਜਧਾਨੀ, ਭਇਓ ਭਾਰ ਧਰ ਪਰ ਅਦਕ ਧਰਮ ਧਰਤ ਨਹਿ ਧੀਰ। ਭਾਉ ਭਗਤ ਨੀ ਜਗਤ ਮੈਂ ਬਿਕਲ ਪਈ ਪੈ ਭੀਰ। ਅਤੇ ਮਹਾਰਾਜ ਸਾਹਿਬ ਦੁਨੀਆ ਦੇ ਲੋਕ ਜਿੰਨੇ ਪਰਮੇਸ਼ਰ ਨੇ ਭੇਜੇ ਸੀ, ਉਹਨਾਂ ਆਪੋ ਆਪਣੀਆਂ ਮੱਤਾਂ ਚਲਾ ਲਈਆਂ, ਆਪੋ ਆਪਣੇ ਪੰਥ ਚਲਾ ਲਏ। ਉਹਨਾਂ ਸਾਰਿਆਂ ਨੂੰ ਸਮੱਤ ਦੇਣ ਵਾਸਤੇ, ਗਿਆਨ ਦੇਣ ਵਾਸਤੇ, ਵਿਛੜਿਆਂ ਨੂੰ ਮਿਲਣ ਵਾਸਤੇ, ਮੋਹ ਮਮਤਾ ਤੇ ਰੁੜਦੇ ਜਾਂਦਿਆਂ ਨੂੰ ਮੁਕਤੀ ਰੂਪ ਕਿਨਾਰੇ 'ਤੇ ਲਾਉਣ ਵਾਸਤੇ ਆਪ ਅਕਾਲ ਪੁਰਖ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਪਹਿਲੇ ਵੀ ਹੋਏ। ਦੋ ਕਲਾ ਅਵਤਾਰ ਤੋਂ ਅਵਤਾਰ ਆਰੰਭ ਹੁੰਦੇ ਨੇ, ਦੋ ਕਲਾ ਸ਼ਕਤੀਆਂ ਤੋਂ ਅਵਤਾਰ ਆਰੰਭ ਹੁੰਦੇ ਨੇ 16 ਤੱਕ। ਆਉਣ ਵਾਲਾ ਅਵਤਾਰ ਕਲਕੀ ਅਵਤਾਰ ਕਲਯੁਗ ਦਾ ਪਰਮੇਸ਼ਰ ਭੇਜੇਗਾ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਉਹਨਾਂ ਦੇਵਤੇ ਜਨਾਂ ਦੀ ਸਾਰਿਆਂ ਦੀ ਪੁਕਾਰ ਬੇਨਤੀ ਸੁਣ ਕੇ ਇਉਂ ਭਇਓ ਕਿਰਪਾਲ ਮਹਾਕਾਲ ਜੀ ਬਾਣੀ ਭਨੀ ਆਕਾਸ਼। ਹਾਉ ਦੁਖ ਹਰ ਹੋਂ ਦਸ ਰੂਪ ਧਾਰ ਕਹੋਂ ਵਿਸ਼ਨੂੰ ਮਾਮਦਾਸ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਸੇ ਦੇਵਤੇ ਦੇ ਅਵਤਾਰ ਨਹੀਂ, ਕਲ ਯੁੱਗ ਦੇ ਅਵਤਾਰ ਨਹੀਂ। ਯੁੱਗਾਂ ਦੇ ਵਿਛੜਿਆਂ ਨੂੰ ਮਿਲਣ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਹਨ।
ਵਾਹਿਗੁਰੂ ਮੰਤਰ ਦੀ ਦੇਣ, ਮੂਲ ਮੰਤਰ ਦੀ ਦੇਣ, ਕਥਾ ਦੀ ਦੇਣ, ਕੀਰਤਨ ਦੀ ਦੇਣ, ਸੰਗਤ ਪੰਗਤ ਦੀ ਦੇਣ, ਨਿਤਨੇਮ ਦੀ ਦੇਣ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਆਪਣੇ ਸਰੀਰ ਤੋਂ ਆਰੰਭ ਹੋਈ ਹੈ। ਅਸੀਂ ਤੁਝ ਫੁਜੀ ਜੀ ਵੰਡਾਂ ਪਾਈ ਫਿਰਦੇ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਦਾ ਅਵਤਾਰ ਹੋਇਆ ਤੇ ਭਾਗਾਂ ਵਾਲੀ ਆਤਮਾ ਦਾਈ ਦੌਲਤਾਂ ਜਿਨ੍ਹਾਂ ਨੂੰ ਸਭ ਤੋਂ ਪਹਿਲੇ ਮਹਾਰਾਜ ਸਾਹਿਬ ਦੇ ਦਰਸ਼ਨ ਹੋਏ ਹਨ ਤਥਾ ਬਾਣੀ ਵਿੱਚ ਲਿਖਿਆ ਹੈ ਤੇ ਇਤਿਹਾਸ ਵਿੱਚ ਲਿਖਿਆ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਥਾਂ ਪਰ ਥਾਂ ਸਮ ਸੂਰਜ ਕੇ ਅਵਤਾਰ ਪਿਓ ਹਮ ਸੇ ਜਨ ਪੰਕਜ ਜਿਉਂ ਵਿਖਸਾਏ। ਸਮ ਸੂਰਜ ਜਿਵੇਂ ਚੜ੍ਹਦਾ ਹੈ ਤੇ ਪ੍ਰਕਾਸ਼ ਚਾਨਣ ਹੁੰਦਾ ਹੈ। ਕੋਟ ਸੂਰ ਨਾਨਕ ਪ੍ਰਕਾਸ਼ ਦੀ ਪ੍ਰਾਪਤੀ ਹੋਈ, ਉਸ ਮੌਕਾ ਬੜਾ ਭਾਰੀ ਚਾਨਣ ਹੋਇਆ। ਭਾਈ ਗੁਰਦਾਸ ਜੀ ਲਿਖਦੇ ਹੈ, ਸਤਿਗੁਰੂ ਨਾਨਕ ਪ੍ਰਗਟਿਓ ਮਿੱਟੀ ਧੁੰਦ ਜਗ ਚਾਨਣ ਹੋਵਾ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲੋਵਾ। ਯਾਦ ਰੱਖੋ, ਜਿਹਨੂੰ ਅਵਤਾਰ ਕਹਿੰਦੇ ਆ ਇਹਦੇ ਅਰਥ ਨੇ ਉਤਰਿਆ ਤਥਾ ਪ੍ਰਗਟ ਹੋਇਆ ਅਥਵਾ ਰਖਤੀ। ਸੋ ਵਿਪਤ ਵਿੱਚ ਪਾਇਆ ਹੋਇਆਂ ਦੀ ਰੱਖਿਆ ਕਰਨ ਵਾਸਤੇ ਅਵਤਾਰ ਪ੍ਰਗਟ ਹੁੰਦਾ ਹੈ। ਮਾਤਾ ਦੇ ਜੂਨ ਵਿੱਚ ਗਰਭ ਵਿੱਚ ਨਹੀਂ ਆਉਂਦਾ, ਜਨਮ ਨਹੀਂ ਲੈਂਦਾ ਤੇ ਮਰਦਾ ਨਹੀਂ। ਪੰਜਵੇਂ ਪਾਤਸ਼ਾਹ ਦੇ ਬਚਨ ਹਨ, ਸਗਲ ਥੀਤ ਪਾਸ ਡਾਰ ਰਾਖੀ। ਅਸ਼ਟਮ ਥੀਤ ਗੋਬਿੰਦ ਜਨਮਾਸੀ ਪਰਮ ਪੂਲੇ ਨਰ ਕਰਤ ਕਚਰਾਇਣ। ਜਨਮ ਮਰਨ ਤੇ ਰਹਿਤ ਨਰਾਇਣ। ਦੇਹ ਪੰਜੀਰ ਖਵਾਇਓ ਚੋਰ। ਉਹ ਜੰਮੇ ਨਾ ਮਰੇ ਰੇ ਸਾਖਤ ਢੋਰ। ਸਗਲ ਪਰਾਤ ਦੇਹ ਮੁਖ ਲੋ ਰੋਨੀ। ਸੋ ਮੁਖ ਜਲੋ ਜੋ ਕਹੇ ਠਾਕਰ ਜੋਨੀ। ਜੰਮੇ ਨਾ ਮਰੇ ਨਾ ਆਵੇ ਨਾ ਜਾਏ, ਨਾਨਕਾ ਪਰ ਰਹਿਓ ਸਮਾਏ। ਅਵਤਾਰ ਜੰਮਦਾ ਵੀ ਨਹੀਂ, ਅਵਤਾਰ ਮਰਦਾ ਵੀ ਨਹੀਂ, ਜੂਨ ਵਿੱਚ ਆਉਂਦਾ ਵੀ ਨਹੀਂ। ਸਮ ਸੂਰਜ ਕੇ ਪ੍ਰਕਾਸ਼ ਪਇਓ। ਜਦੋਂ ਅਕਾਲ ਨਿਰੰਕਾਰ ਦੀ ਜੋਤ ਇਸ ਧਰਤੀ ਤੇ ਪ੍ਰਗਟ ਹੋਣ ਵਾਸਤੇ ਆਈ ਤੇ ਨਾਲ ਹੋਰ ਜੋਤਾਂ ਤੋਰਨ ਵਾਸਤੇ ਆਗਮਨ ਵਾਸਤੇ ਨਾਲ ਆਈਆਂ ਤੇ ਕਿੰਨਾ ਕੁ ਪ੍ਰਕਾਸ਼ ਹੋਇਆ। ਅਸ਼ਟ ਦੀਪ ਗ੍ਰਹਿ ਜਾਨੋ ਛਬ ਘਟ ਗਈ ਬਾਲਕ ਰੱਬ ਬਾਨੋ। ਰੱਬ ਨਾਮ ਸੂਰਜ ਦਾ ਤੇ 8 ਦੀਵੇ ਜਗਦੇ ਸਨ ਅੰਮ੍ਰਿਤ ਵੇਲੇ ਬਨੇਰ ਸਾਹਿਬ ਜੋ ਆਪ ਜੀ ਦਾ ਅਵਤਾਰ ਹੋਇਆ ਹੈ। ਇੱਕ ਦੀਵੇ 'ਚ ਇੱਕ ਵੱਟੀ ਜਗਦੀ ਹੈ, ਕੁਝ ਦੀਵੇ ਚੌਖੀਏ ਹੁੰਦੇ ਜਿਹਨਾਂ 'ਚ 4 ਵੱਟੀਆਂ ਜਗਦੀਆਂ। ਉਹ ਜੇ 2 ਦੀਵੇ ਜਗਦੇ ਸਨ ਤੇ 8 ਵੱਟੀਆਂ ਦਾ ਚਾਨਣ ਸੀ। ਉਹ ਚਾਨਣ ਦਿਸਣੋਂ ਹਟ ਗਿਆ। ਸਭ ਸੂਰਜ ਕੇ ਅਵਤਾਰ ਪੈਦਾ ਹੋਇਆ। ਇਸ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਹੈ, ਸਤਿਗੁਰੂ ਨਾਨਕ ਪ੍ਰਗਟਿਓ ਮਿੱਟੀ ਧੁੰਦ ਜਗ ਚਾਨਣ ਹੋਵਾ। ਅਨੇਕ ਪ੍ਰਕਾਰ ਦੀ ਧੁੰਦ ਪਈ ਹੋਈ ਹੈ, ਅਨੇਕ ਪ੍ਰਕਾਰ ਦੇ ਭੁਲੇਖੇ ਪਏ ਹੋਏ ਸਨ, ਸਾਰੇ ਦੂਰ ਕਰਨ ਵਾਸਤੇ ਜਦੋਂ ਮਹਾਰਾਜ ਸਾਹਿਬ ਜੀ ਪ੍ਰਗਟ ਹੋਇਆ ਤੇ ਬੜੇ ਜ਼ੋਰ ਦੀ ਹੱਸਣ ਦੀ ਆਵਾਜ਼ ਪੈਦਾ ਹੋਈ ਹੈ। ਬਾਲਕ ਜਨਮ ਲੈਂਦੇ ਰੋਂਦੇ ਹਨ, ਪਰ ਅਵਤਾਰ ਨੂੰ ਕੀ ਲੋੜ ਹੈ, ਜੂਨਾਂ 'ਚ ਆਇਆ ਹੀ ਨਹੀਂ ਤੇ ਪ੍ਰਗਟ ਹੋਇਆ ਹੈ। ਇਸ ਪ੍ਰਕਾਰ ਫੁੱਲਾਂ ਦੀ ਵਰਖਾ ਦੇਵਤਿਆਂ ਨੇ ਕੀਤੀ, ਜੈ ਜੈਕਾਰ ਕੀਤੀ। ਕਿੱਡੀ ਭਾਗਾਂ ਵਾਲੀ ਆਤਮਾ ਦਾਈ ਦੌਲਤਾਂ ਮੁਸਲਮਾਨੀ ਮਤ ਦੀ ਕੋਈ ਭੇਦ ਨਹੀਂ ਮਹਾਰਾਜ ਸਾਹਿਬ ਜੀ ਨੇ ਰੱਖਿਆ। ਪਿਤਾ ਕਲਿਆਣ ਚੰਦ ਜੀ ਉਸ ਮੌਕਾ ਪੰਡਿਤ ਹਰਦਿਆਲ ਚੰਦ ਨੂੰ ਸਾਰੇ ਵੀਰ ਸਰੋਤਾ ਜਨ ਦੂਰ ਨੇੜੇ ਵਾਲੇ ਚੇਤੇ ਰੱਖੋ। ਹਰਦਿਆਲ ਚੰਦ ਨੂੰ ਬੁਲਾ ਕੇ ਲਿਆਏ ਕਿ ਮੇਰੇ ਘਰੇ ਪੁੱਤਰ ਨੇ ਜਨਮ ਲਿਆ ਹੈ, ਆ ਕੇ ਆਪ ਜੀ ਜਨਮ ਪੱਤਰੀ ਬਣਾਓ ਤੇ ਵੇਖਣਾ ਕਰੋ। ਜਦੋਂ ਆਇਆ ਪੰਡਿਤ ਜੀ ਸਭ ਕੁਝ ਪੁੱਛਿਆ, ਦਾਈ ਦੌਲਤਾਂ ਨੂੰ ਦੱਸਿਆ। ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਪੰਡਿਤ ਜੀ ਨੇ ਕੀਤੀ ਹੈ। ਜਦੋਂ ਆਪ ਜੀ ਨੂੰ ਬਾਹਰ ਲੈ ਕੇ ਆਏ ਹਨ ਤੇ ਕੋਮਲ ਚਰਨਾਂ ਤੇ ਪੰਡਿਤ ਹਰਦਿਆਲ ਚੰਦ ਨੇ ਆਪਣਾ ਸਿਰ ਝੁਕਾਇਆ। ਇੱਕ ਵਾਰੀ ਨਹੀਂ, ਬਾਰ-ਬਾਰ ਸਿਰ ਝੁਕਾਇਆ। ਕਲਿਆਣ ਚੰਦ ਜੀ ਪੁੱਛਣ ਲੱਗੇ, ਪੰਡਿਤ ਜੀ ਬੜੇ ਖੁਸ਼ ਪ੍ਰਤੀਤ ਹੁੰਦੇ ਹੋ, ਸਾਨੂੰ ਕੁਝ ਦੱਸੋ। ਉਸ ਮੌਕਾ ਪੰਡਿਤ ਜੀ ਕਹਿੰਦਾ, ਤੇਰਾ ਪੁੱਤਰ ਅਵਤਾਰ ਹੈ, ਪਰ ਜਿਹੜੇ ਅਵਤਾਰ ਪਹਿਲਾਂ ਹੋਏ ਨੇ ਉਹਨਾਂ ਵਰਗਾ ਨਾ ਸਮਝ ਲਵੀਂ। ਰਾਮ ਕ੍ਰਿਸ਼ਨ ਅਵਤਾਰ ਜੋ ਹਰ ਕਾ ਪੂਜਤ ਹਿੰਦ ਨ ਮਾਨੇ, ਤੁਰਕਾ ਸਿਸ ਕੋ ਮਾਨੇਗੇ ਦੋ। ਹਿੰਦੂ ਮੁਸਲਮ ਸਿੱਖ ਹੋਏ ਸਭ ਕੋ, ਇਸਕੇ ਚਰਨ ਪੋਤ ਕੀ ਨਹੀਂ ਆਈ। ਪਾਰਥ ਪਰੇ ਪਰਮਾਰਥ ਪਾਈ, ਬਹੁਤ ਨਰਕੋ ਕਰੇ ਉਧਾਰਾ। ਕਿੰਨਿਆਂ ਕੁ ਦਾ ਉਧਾਰ ਕਰੂ ਉਹ ਗਿਣੇ ਨਹੀਂ ਜਾ ਸਕਦੇ। ਜਿਨ੍ਹਾਂ ਚਰਨਾਂ ਮੈਂ ਸੀਸ ਝੁਕਾ ਰਿਹਾ, ਇਹ ਪੋਤ ਜਹਾਜ਼ ਦੀ ਨਿਆਈ ਨੇ। ਇਸ ਪ੍ਰਕਾਰ ਗੁਰਮੁਖੋ ਸਭ ਤੋਂ ਪਹਿਲਾ ਸਿੱਖ ਗੁਰੂ ਕਾ ਪੰਡਿਤ ਹਰਦਿਆਲ ਚੰਦ ਜੀ ਹੋਇਆ ਹੈ। आज गढ़ बगदाद नवाए के मक्का मदीना सब नवाया, जिती नवखंड मेदनी
ਸਤਨਾਮ ਦਾ ਚੱਕਰ ਫਿਰਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਜ਼ੂਰ ਖੇਡ ਦੀ ਅਵਸਥਾ ਵਿੱਚ ਆਏ ਆ, ਜਦੋਂ ਰਸਨਾ ਖੋਲ੍ਹੀ ਹੈ ਤਾਂ ਸਭ ਤੋਂ ਪਹਿਲਾ ਸ਼ਬਦ ਵਾਹਿਗੁਰੂ ਧੰਨ ਗੁਰੂ ਨਾਨਕ ਰਸਨਾ ਤੋਂ ਨਿਕਲਿਆ ਹੈ। ਇਸ ਪ੍ਰਕਾਰ ਗੁਰਮੁਖੋ ਬਾਣੀ 'ਚ ਪੰਕਤੀਆਂ ਵਾਸਦੇਵ ਸਰਬਤਰ ਮੈਂ ਊਨਕਤ ਉਠਾਏ, ਵਾਸਦੇਵ ਜਲ ਥਲ ਮਹਿ ਰਵਿਆ। ਬਾਬਾ ਅੱਖਰ ਵਾਸਦੇਵ ਮੰਤਰ ਤੋਂ ਲਿਆ। ਮਹਾਰਾਜ ਸਾਹਿਬ ਜੀ ਨੇ ਹਰ ਹਰ ਦੇ ਜਾਪ ਤੋਂ ਹਾਹਾ ਅੱਖਰ ਲਿਆ ਹੈ, ਤੇ ਗੋਬਿੰਦ ਗੋਬਿੰਦ ਦੇ ਜਾਪ ਤੋਂ ਗੱਗਾ ਲਿਆ, ਤੇ ਰਾਮ ਰਾਮ ਦੇ ਜਾਪ ਤੋਂ ਰਾਰਾ ਅੱਖਰ ਲਿਆ ਹੈ। ਇਹਨਾਂ ਅੱਖਰਾਂ ਦੇ ਮਗਰ ਬੜੀ ਲੰਬੀ ਚੌੜੀ ਥਿਊਰੀ ਭਾਈ ਗੁਰਦਾਸ ਜੀ ਨੇ ਲਿਖੀ ਹੈ, ਇਤਿਹਾਸ ਵਾਲੇ ਵੀ ਲਿਖੀ ਹੈ, ਵਿਸਥਾਰ ਪੂਰਵ ਹੈ, ਸਾਰਿਆਂ ਦਾ ਸਾਂਝਾ ਮੰਤਰ ਹੈ। ਜਿਨੇ ਵਾਹਿਗੁਰੂ ਕਹਿ ਲਿਆ ਉਹਨੇ ਵਾਸਦੇਵ ਵੀ ਕਹਿ ਲਿਆ, ਉਸਨੇ ਹਰਿ ਵੀ ਕਹਿ ਲਿਆ, ਰਾਮ ਤੇ ਗੋਬਿੰਦ ਵੀ ਕਹਿ ਲਿਆ। ਇਸ ਤਰ੍ਹਾਂ ਦਾ ਸਾਂਝਾ ਮੰਤਰ ਗੁਰ ਮੰਤਰ ਇਸ ਨੂੰ ਕਹਿੰਦੇ ਹੈ। ਇਹ ਮਹਾਰਾਜ ਸਾਹਿਬ ਨੇ ਸਭ ਤੋਂ ਪਹਿਲੇ ਰਸਨਾ ਤੋਂ ਬਖਸ਼ ਕੀਤਾ ਸੀ। ਛੋਟੀ ਅਵਸਥਾ ਚੌਂਕੜਾ ਮਾਰਿਆ ਤੇ ਆਪ ਜੀ ਬੋਲੀ ਜਾਂਦੇ ਹੈ। ਪਿਤਾ ਜੀ ਪੁੱਛਣ ਲੱਗੇ ਪੁੱਤਰ ਕੀ ਬੋਲਦਾ ਹੈ? ਕਹਿੰਦੇ ਸਰਲ ਸਲੋਕੀ ਗੀਤਾ ਦੀ ਕਥਾ ਕਰਦਾ ਹੈ। ਕਥਾ ਦੇਣ ਕੀਰਤਨ ਤੋਂ ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੈ, ਮਤਾ ਕੋਈ ਭੁੱਲ ਜਾਵੇ ਭਾਵੇਂ ਕਥਾ ਕੀਰਤਨ ਸੁਖਦਾਈ ਸਾਂਝੀ ਵਾਲਤਾ ਹੈ, ਬਖਸ਼ ਹੈ, ਕੌਣ ਸੁਣਦਾ ਹੈ? ਅੱਖਾਂ ਮੀਟ ਕੇ ਫਿਰ ਖੋਲੋ ਤੇ ਬੇਅੰਤ ਜਿਵੇਂ ਆਪ ਜੀ ਬੈਠੇ ਹੋ, ਗੁਪਤ ਰੂਹਾਂ ਪ੍ਰਗਟ ਹੋ ਕੇ ਬੈਠੀਆਂ, ਦੇਵਪੁਰੀ ਤੋਂ ਆਈਆਂ ਦਿਖਾ ਦਿੱਤੀਆਂ। ਇਸ ਪ੍ਰਕਾਰ ਫਿਰ ਪੁੱਛਿਆ ਸਾਨੂੰ ਵੀ ਉੱਥੇ ਭੇਜੋ, ਤੇ 12 ਸਾਲ ਹਜ਼ੂਰ ਨੇ ਫਿਰ ਭੇਜਿਆ ਸੀ। ਕਹੋਗੇ 12 ਸਾਲ ਤਾਂ ਬੜੇ ਹੁੰਦੇ ਹੈ। ਦਸਤਗੀਰ ਪੀਰ ਦੇ ਬੇਟੇ ਨੂੰ ਅੱਖ ਮੀਟ ਕੇ ਖੋਲਣ ਜਿਹਨੇ ਸਮੇਂ 'ਚ ਲੱਖ ਅਗਾਸ ਪਾਲ ਵਿਖਾਏ ਸਨ। ਇਹ ਮਾਲਕ ਦੀ ਆਪਣੀ ਮਾਇਆ ਹੈ। ਫਿਰ ਮਾਇਆ ਦਾ ਮੋਹ ਦਾ ਪਰਦਾ ਹਜ਼ੂਰ ਪਾ ਦਿੰਦੇ ਸਨ। ਵਾਹਿਗੁਰੂ ਮੰਤਰ ਦੀ ਦੇਣ, ਕਥਾ ਦੀ ਦੇਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਿਆਣੇ ਹੋਏ ਨੇ। ਪਿਤਾ ਜੀ ਉਸ ਮੌਕਾ ਗੋਪਾਲ ਚੰਦ ਪਾਂ ਦੇ ਕੋਲ ਪੜ੍ਹਨ ਵਾਸਤੇ ਲੈ ਗਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜਦੋਂ ਓਮ ਪਾ ਕੇ ਪੜ੍ਹਾਉਣ ਲੱਗਾ, ਅਰਥ ਪੁੱਛੇ ਨਾ ਆਏ। ਹਜ਼ੂਰ ਨੇ ਉਪਦੇਸ਼ ਦਿੱਤਾ। ਪਹਿਲਾ ਸ਼ਬਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 947 ਸ਼ਬਦ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ। ਪਹਿਲਾ ਸ਼ਬਦ ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰਕੇ ਤੇ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ, ਲਿਖ ਲਿਖ ਅੰਤ ਨ ਪਾਰਾਵਾਰ। ਮੈਂ ਸਾਰਾ ਨਾ ਪੜ੍ਹਾਂ, ਅਰਥ ਵੀ ਨਾ ਕਰਾਂ, ਸਮਾਂ ਲੱਗੂਗਾ। ਪਹਿਲਾ ਸ਼ਬਦ ਹੈ। ਅਗਲਾ ਦਿਨ ਜਦ ਹੋਇਆ, ਦਿਵਸ ਚੜੇ ਕਾਲੂ ਕੀ ਹਾਥਾ, ਲੈ ਚਲਿਓ ਝਟ ਸਾਲ ਕੇ ਸਾਥਾ। ਪਾਂਦੇ ਸਿਓ ਬੋਲਿਓ ਹਿਤ ਧਰ ਕੇ, ਦਿਓ ਪੜ੍ਹਾਏ ਹਿਰਦੇ ਰੁਚ ਕਰਕੇ। ਸੁਣ ਪਾਂਦਾ ਪਾਇਨ ਪਰਾ ਹਉ ਸੰਬੰਧ, ਮਤ ਮੰਦ ਲਖੀ ਨ ਤੁਮਗਤ ਜਾਵਹੀ, ਭਾਵ ਤਾਰ ਮੁਕੰਦ। ਗੀ ਹਾਥਾ ਪਕੜ ਲਿਆ ਹੱਥ, ਪਕੜ ਲਿਆ ਗੁੱਟ, ਆਪਣੇ ਪੁੱਤਰ ਨਾਨਕ ਦਾਤ ਲੈ ਚਲਿਓ ਚਾੜ ਸਾਲ। ਜਿੱਥੇ ਪਾਂਦਾ ਬੱਚਿਆਂ ਨੂੰ ਪੜ੍ਹਾਉਂਦਾ ਸੀ ਤੇ ਪ੍ਰੇਮ ਨਾਲ ਗਿਆ ਮੇਰੇ ਪੁੱਤਰ ਨੂੰ ਪੜ੍ਹਾ ਦੇ। ਸੁਣ ਪਾਂਦਾ ਪਾਇਨ ਪਰਾ, ਪੈਰੀ ਪੈ ਗਿਆ, ਚਰਨੀ ਪੈ ਗਿਆ ਪਾਂਦਾ ਗੋਪਾਲ ਦੱਤ। ਇਹ ਬਾਲਕ ਵਿਦਿਆ ਕੇ ਜਵਾਲਾ, ਇਨਕੇ ਪੜ੍ਹਨ ਕੇ ਪੜੋ ਨਾ ਖਿਆਲਾ। ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਣ ਹਾਰ। ਇਹ ਖੁਦ ਵਿਦਿਆ ਰਚਣ ਵਾਲਾ ਹੈ, ਜਵਾਲਾ ਰੋਸ਼ਨੀ ਦੇਣ ਵਾਲਾ ਹੈ। ਇਹ ਸਾਡੇ ਪੜ੍ਹਾਉਣ ਵਾਲਾ ਨਹੀਂ, ਬਿਨਾਂ ਪੜ੍ਹਾਏ ਪੜ੍ਹਿਆ ਹੋਇਆ ਹੈ। ਮਹਾਰਾਜ ਸਾਹਿਬ ਜੀ ਉਸ ਪੰਡਤ ਨੂੰ ਆਪਣਾ ਸਿੱਖ ਬਣਾ ਕੇ ਆਏ। ਧਿਆਨ ਦੇਣਾ ਕਰੋ ਮਹਾਰਾਜ ਸਾਹਿਬ ਦੀਆਂ ਕਿੰਨੀਆਂ ਕੁ ਦੇਣਾ ਹੈ। ਪ੍ਰੰਤ ਬਿਰਜਨਾਥ ਪੰਡਤ ਕੋਲ ਛੱਡ ਕੇ ਆਏ। ਉਸ ਮੌਕਾ ਹਜ਼ੂਰ ਸੱਚੇ ਪਾਤਸ਼ਾਹ ਆਸਾ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪੱਟੀ ਲਿਖੀ ਬਾਣੀ ਹੈ। ਸੱਸੇ ਸੋਏ ਸਿਰਜ ਜਨ ਸਾਜੀ, ਸਭਨਾ ਸਾਹਿਬ ਏਕ ਭਇਆ। ਈਬੜੀ ਆਦਿ ਪੁਰਖ ਊੜਾ ਉਪਮਾ ਤਥਾ 35 ਅੱਖਰ ਗੁਰਮੁਖੀ ਅੱਖਰ, 35 ਅੱਖਰ ਗੁਰੂ ਦੇ ਮੁਖੋਂ ਉਸ ਬਾਣੀ ਵਿੱਚ ਦੇਣ ਹੈ ਮਹਾਰਾਜ ਸਾਹਿਬ ਜੀ ਦੀ। ਉਹ ਪੰਡਤ ਵੀ ਨਿਹਾਲ ਹੋ ਗਿਆ, ਗੁਰਮੁਖੀ ਅੱਖਰਾਂ ਦੀ ਲੋੜ ਕਿਉਂ ਪਈ? ਪਹਿਲੇ ਬੜੀਆਂ ਬੋਲੀਆਂ ਸਨ, ਸਾਹਿਸਕ੍ਰਿਤੀ ਸੀ, ਸੰਸਕ੍ਰਿਤੀ ਸੀ, ਹਿੰਦੀ ਸੀ, ਉਰਦੂ, ਫਾਰਸੀ, ਅਰਬੀ। ਕੀ ਲੋੜ ਪਈ? ਹਜ਼ੂਰ ਸੱਚੇ ਪਾਤਸ਼ਾਹ ਨੇ ਸਾਡੀ ਲੋੜ ਪੂਰੀ ਕਰਨ ਵਾਸਤੇ। ਸੋ ਮਹਾਕਵੀ ਸੰਤੋਖ ਸਿੰਘ ਲਿਖਦਾ, ਸੰਸਕ੍ਰਿਤ ਕੋ ਪੜ੍ਹ ਨਹੀਂ ਜਾਣੈ, ਕੇ ਬਿਦ ਮਹਿਮਾ ਨਾਮ ਬਖਾਨੇ। ਤਾਂ ਤੇ ਸਤਿਗੁਰ ਸ੍ਰੀ ਮੁਖਬਾਣੀ, ਰਤ ਦੀਨੀ ਲੋਕ ਗੁਣ ਰਤ ਸਥਾਨੀ। ਸਾਡੀ ਗਤ ਪ੍ਰਾਪਤੀ ਮਨ ਵਿੱਚ ਠਾਣ ਕੇ। ਕਿੱਥੇ ਲੋਕ ਲੱਖ ਵਾਰਾ ਜੀ ਲੈਂਦੇ ਸੀ ਸਤਿਯੁਗ ਵਿੱਚ, ਤੇ ਕਲਯੁਗ ਵਿੱਚ 100 ਸਾਲ ਹੈ।
ਉਹ ਵੀ ਸਾਰੇ ਪੂਰੇ ਨਹੀਂ ਭੋਗਦੇ। ਇਹਨਾਂ ਨੂੰ ਕਿਸੇ ਸੰਸਕ੍ਰਿਤ ਪੜ੍ਹਨ ਨਹੀਂ ਦੇਣੀ, ਪਰਮੇਸ਼ਰ ਦੇ ਨਾਮ ਦੀ ਮਹਿਮਾ ਕਿਵੇਂ ਜਾਣਨਗੇ? ਅੱਜ ਤੁਹਾਡੇ ਕੋਲ ਗੁਰਮੁਖੀ ਅੱਖਰ ਨਾ ਹੁੰਦੇ, ਆਪਾਂ ਬਾਣੀ ਨਾਲ ਨਹੀਂ ਸੀ ਜੁੜ ਸਕਦੇ, ਬਹੁ ਗਿਣਤੀ ਪਿੱਛੇ ਪੈ ਜਾਣਾ ਸੀ। ਮਹਾਰਾਜ ਸਾਹਿਬ ਦਾ ਧੰਨਵਾਦ ਕਰੋ, ਰੋਮ ਰੋਮ ਯਾਦ ਕਰੋ, ਚੇਤੇ ਰੱਖੋ। ਪਰਉਪਕਾਰੀ ਕੀਤੀ ਹੈ ਕਥਾ ਦੀ, ਕੀਰਤਨ ਦੀ, ਵਾਹਿਗੁਰੂ ਮੰਤਰ ਦੀ ਤੇ ਗੁਰੂ ਕੇ ਸ਼ਬਦਾਂ ਦੀ। ਇਸ ਪ੍ਰਕਾਰ ਨਾ ਹੋ ਗਈ ਬ੍ਰਿਜਨਾਥ ਵੱਲੋਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਕੁਤਬਦੀਨ ਮੁੱਲਾਂ ਕੋਲ ਪੜ੍ਹਨ ਵਾਸਤੇ ਲੈ ਗਏ। ਪਿਤਾ ਦੇ ਮਨ ਤੇ ਮੋਹ ਰੂਪੀ ਜਾਲਾ ਤਾਣਿਆ ਹੋਇਆ ਸੀ, ਕਨਾਤ ਤਾਣੀ ਹੋਈ ਸੀ, ਮੇਰਾ ਪੁੱਤਰ ਅਨਪੜ੍ਹ ਨਾ ਰਹਿ ਜਾਵੇ। ਤੇ ਨਹੀਂ ਰੱਖਣਾ ਚਾਹੀਦਾ, ਬਹੁ ਗੁਣੀ ਅਲਾਵੇ ਪੁਸਤ ਨਾ ਪੜਾਵੇ। ਸੋ ਸ਼ਤਰੂ ਸਮ ਤਾਤ, ਤਾਤ ਪਿਤਾ ਸ਼ਤਰੂ ਦੁਸ਼ਮਣ ਹੈ ਜਿਹੜਾ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਨਹੀਂ। ਜ਼ਰੂਰ ਪੜ੍ਹਾਉਣਾ ਚਾਹੀਦਾ, ਪੜ੍ਹਨਾ ਚਾਹੀਦਾ। ਤੀਜਾ ਨੇਤਰ ਹੈ। ਲੈ ਕੇ ਚਲੇ ਗਏ, ਮੁੱਲਾ ਜੀ ਬੜੇ ਖੁਸ਼ ਹੋਏ ਤੇ ਮਹਾਰਾਜ ਸਾਹਿਬ ਨੂੰ ਪੜ੍ਹਾਉਣ ਵਾਸਤੇ ਅਰਬੀ ਜਿਹੜੀ ਬੋਲੀ ਸੀ ਉਹਨਾਂ ਦੀ ਉਹ ਸ਼ੁਰੂ ਕਰਦਾ ਹੈ। ਅਲਫ ਬੇ ਜਿਹਨੂੰ ਕਹਿੰਦੇ ਹੈ। ਅਜੇ ਮੁੱਲਾਂ ਦੇ ਗਲੇ ਵਿੱਚ ਰਸਨਾ ਦੇ ਅੱਖਰ ਹੁੰਦਾ, ਪਰ ਹਜ਼ੂਰ ਪਹਿਲੋਂ ਬੋਲ ਦਿੰਦੇ। ਸੋ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਮੁੱਲਾ ਕੇ ਕਹਿਣ ਮਹਿ ਦੇਰ ਕਿਛ ਲਾਗੇ ਮਾਨੋ, ਨਾਨਕੀ ਰਸਨਾ ਵਿੱਚ ਡੇਰ ਹੂ ਨਾ ਪਾਈ ਹੈ। ਭਇਓ ਬਿਸਮਾਦ ਪੜਿਓ ਕਹੂੰ ਆਤਮੋ ਤੇ, ਮੋਹ ਸੇ ਸ਼ਬਦ ਪੜਿਓ ਜਾਣਿਓ ਨਾ ਜਾਈ ਹੈ। ਮੁਸ਼ਕਲ ਫਾਰਸੀ ਸਮਾਨ ਪੜੇ ਤਤਕਾਲ, ਬਾਲ ਕੀ ਬੈਸ बुद्ध बिरध हूँ की देखिए। जेर और जबर मैंने किताबन के, दफ्तर लेखा जामा खरस बसेखी है। 10-10 साल के विशाल बाल बैठे पास, पढ़े न समान इस को अब रेखिए। सो मान को जपा कर्म नहीं, औलिया अवतार को अलख सो अलख जांकै, लेख सो अलेखी है। मुल्ला हैरान हो गया, इन्नी मुश्किल फारसी। ਸੋ ਵੇਖਣ ਨੂੰ ਸਰੀਰ ਬਾਲਕ ਹੈ, ਪਰ ਬੁੱਧ ਵੇਖੀਏ ਤੇ ਬਿਰਧਾਂ ਨੂੰ ਪਰਾਂ ਕਰਦੀ ਹੈ। ਇਹਨਾਂ ਤੋਂ ਵੱਡੇ ਉਮਰ ਵਿੱਚ 10-10 ਸਾਲਾਂ ਦੇ ਬਾਲਕ ਬੈਠੇ ਨੇ, ਟੱਕਰਾਂ ਮਾਰਦੇ, ਅੱਖਰ ਯਾਦ ਨਹੀਂ ਹੁੰਦੇ। ਇਹ ਪਹਿਲੋਂ ਹੀ ਪੜ੍ਹਿਆ ਹੋਇਆ, ਮੈਨੂੰ ਬੋਲਣ ਨਹੀਂ ਦਿੰਦਾ। ਇਸ ਪ੍ਰਕਾਰ ਉਸ ਮੁੱਲਾਂ ਨੂੰ ਤਰੰਗ ਰਾਗ ਦਾ ਪਹਿਲਾ ਸ਼ਬਦ ਜਗ ਅਰਜ ਗੁਪਤੁਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੁਮ ਐ ਪਰਵਦਗਾਰ, ਦੁਨੀਆ ਮੇ ਫਾਨੀ ਤਹਿਕੀਕ ਦਿਲ ਦਾਨੀ। ਮਮ ਸਰ ਮੂਹ ਅਜਰਾ ਹੀਲ ਗਿਰਫਤੈ ਦਿਲ ਹੈ ਜਨਾਦਾਨੀ। ਮੈਂ ਸਾਰਾ ਨਾ ਪੜਾਂ ਤੇ ਸਾਰੇ ਦੇ ਅਰਥ ਵੀ ਨਾ ਕਰਾਂ, ਸਮਾਂ ਇੱਥੇ ਬਹੁਤਾ ਲੱਗੂ। ਜਗ ਏਕ ਅਰਜ ਬੇਨਤੀ ਗੁਪਤਮ ਨਾਮ ਕਹਿਣ ਦਾ ਤੋ, ਤੇਰੇ ਦਰ ਅੰਦਰ ਗੋਸ਼। ਕੰਨਾਂ ਨੂੰ ਕਹਿੰਦੇ ਕਰਤਾਰ ਮੇਰੀ ਬੇਨਤੀ ਸੁਣ ਲਿਓ। ਕੰਨ ਦੇ ਕੇ ਇਤ ਆਰਿ ਗੁਰਮੁਖੋ ਸ਼ਬਦ ਉਸ ਮੁੱਲਾਂ ਨੂੰ ਸਮਝਾਇਆ ਹੈ, ਪੰਡਤਾਂ ਨੂੰ ਸਮਝਾਇਆ ਹੈ, ਵਾਹਿਗੁਰੂ ਮੰਤਰ ਦੀ ਦੇਣ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਾਂ ਕਿੰਨੀਆਂ ਨੇ, ਗਿਣੀਆਂ ਨਹੀਂ ਜਾ ਸਕਦੀਆਂ। ਤਾਰੇ ਤੇ ਗਿਨਾਤ ਹੈ, ਤਾਰੇ ਨਾ ਗਿਨਾਤ ਹੈ। ਕੋਈ ਵਿਦਵਾਨ, ਕੋਈ ਸਿਆਣਾ ਕਾਸ਼ ਦੇ ਤਾਰੇ ਗਿਣ ਲਵੇ। ਗੁਰੂ ਨਾਨਕ ਪਾਤਸ਼ਾਹ ਤਾਰੇ ਨਹੀਂ ਗਿਣੇ ਜਾ ਸਕਦੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸੁਲਤਾਨਪੁਰ ਲੋਧੀ ਬੇਅੰਤ ਕੌਤਕ ਕੀਤੇ ਨੇ। ਸੁਲਤਾਨਪੁਰ ਲੋਧੀ ਲੈ ਕੇ ਆਏ ਨੇ। 15 ਸਾਲ ਦੀ ਏਜ ਸੀ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਵੇਈ ਨਦੀ 'ਚ ਚੁੰਬੀ ਦਾ ਬਹਾਨਾ ਬਣਾਇਆ। ਕਿੱਥੇ ਚਲੇ ਗਏ? ਭਾਈ ਗੁਰਦਾਸ ਜੀ ਕਹਿੰਦੇ ਹੈ, ਬਾਬਾ ਪੈਂਦਾ ਸੱਚਖੰਡ ਕੀ ਲਿਆਂਦਾ ਨੌ ਨਿਦ ਨਾਮ, ਗਰੀਬੀ ਪਾਈ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤ ਆਗੇ ਸੁਖ ਪਾਵੇ। ਗਰੀਬੀ ਕਦਾ ਹਮਾਰੀ ਹਉ ਖੰਨਾ, ਸਗਲ ਦੇਣ ਸ਼ਾਰੀ, ਇਸ ਆਗੇ ਕੋ ਨਾ ਟਿਕੇ ਵਿਕਾਰੀ। ਗਰੀਬੀ ਨਾਮ ਨਿਮਰਤਾ ਦਾ, ਸਹਿਣਸ਼ੀਲਤਾ ਦਾ ਹੈ, ਜਰਨ ਸ਼ਕਤੀ ਦਾ ਹੈ। ਉਹ ਲੈ ਕੇ ਮਹਾਰਾਜ ਸਾਹਿਬ ਜੀ ਮੂਲ ਮੰਤਰ ਆਏ। ਤੀਜੇ ਦਿਨ ਪਾਣੀ ਤੋਂ ਬਾਹਰ ਨਿਕਲ ਕਰਕੇ ਖਾਦ ਵਿਚਾਰਾਂ ਹੋਰ ਵੀ ਬਹੁਤ ਲੰਮੀਆਂ ਚੌੜੀਆਂ ਤੇ ਫਿਰ ਸ਼ਾਦੀ ਵੀ ਕਰਵਾਈ ਬਟਾਲੇ ਸ਼ਹਿਰ। ਮਹਾਰਾਜ ਸਾਹਿਬ ਜੀ ਵਿਆਹੁਣ ਵਾਸਤੇ ਆਏ। ਮੇਲਾ ਨੇੜੇ ਹੀ ਆ ਰਿਹਾ ਗੁਰੂ ਕੇ ਵਿਆਹ ਪੁਰਬ ਦਾ। ਉਸ ਮੌਕਾ ਵੇਦੀ ਗੱਡੀ ਹੈ, ਅਗਨੀ ਵਾਲੀ ਹੈ ਤੇ ਜੁਦਰ ਵੇਦੀ ਰੀਤੀ ਅਨੁਸਾਰ ਗੋਰੇ ਰੰਗ ਦੀ ਗਊ ਦੀ ਖੱਲ ਲਾ ਕੇ ਤੇ ਬੱਚੀ ਦੇ ਬੱਚੇ ਦੇ ਹੇਠਾਂ ਵਿਛਾ ਕੇ ਇਹ ਵਿਆਹ ਆਦਿਕ ਪੜ੍ਹਦੇ ਸਨ ਪੰਡਤ ਲੋਕ। ਮਰਜ਼ਾਦਾ ਚਲੀ ਆਉਂਦੀ ਸੀ ਤੇ ਜਿਹਦੇ ਦਿਵਾਲੇ ਫੇਰੇ ਲਈਏ ਉਹਦਾ ਅਰਥ ਕੀ ਬਣਦਾ ਹੈ? ਮੈਂ ਆਪਣਾ ਆਪ ਤੁਹਾਡੇ ਤੋਂ ਅਰਪਿਆ, ਵਾਰਿਆ, ਫੇਰਿਆ, ਤਨ ਮਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਗੁਰਮੁਖੋ ਅਗਨੀ ਦਿਵਾਲੇ ਆਪਣਾ ਆਪ ਵਾਰਨਾ, ਫੇਰਨਾ ਹੈ। ਤੇ ਪਾਣੀ ਵੀ ਇੱਕ ਤੱਤ ਹੈ, ਅਗਨੀ ਵੀ ਇੱਕ ਤੱਤ ਹੈ। 5 ਤੱਤ ਬਣਾਏ ਨੇ। ਜਾਣਨਾ ਕਰੋ
ਤੇ ਜੇ ਕੋਈ ਮਰਿਆ ਹੋਇਆ ਮੁਸਲਾ ਜਾਂ ਸਾਈ ਮੱਤ ਵਾਲਾ ਕਬਰ ਵਿੱਚ ਪਿਆ ਹੋਇਆ, ਉਹਦੀਆਂ ਹੱਡੀਆਂ ਉੱਥੇ ਪਈਆਂ ਹੋਈਆਂ, ਮੁਕਤ ਹੋਇਆ ਨਹੀਂ, ਬੰਦਗੀ ਜੋ ਨਹੀਂ ਕਰ ਸਕਿਆ, ਤੇ ਨਾ ਕੋਈ ਕਾਰੋਬਾਰ ਕੀਤਾ, ਤੇ ਨਾ ਕੋਈ ਪਸ਼ੂ ਮੱਝ ਡੰਗਰ ਰੱਖਿਆ, ਤੇ ਨਾ ਦੁੱਧ ਮੰਗ ਮੰਗ ਪੀਤਾ, ਨਾ ਸ਼ਾਦੀ ਹੋਈ ਤੇ ਨਾ ਪੁੱਤਰ ਧੀ ਹੋਇਆ, ਦਾਦੂ ਦੁਨੀਆ ਬਾਬਰੀ ਪੂਜੇ ਮੜੀਆਂ ਪੂਤ, ਜੋ ਆਪਨ ਔਂਤਰ ਗਏ ਤਿੰਨ ਸਿਉ ਮੰਗਤ ਪੂਤ। ਕਿੱਡਾ ਵੱਡਾ ਭੁਲੇਖਾ, ਕਿੱਡਾ ਵੱਡਾ ਅਣਜਾਣ ਹੋਣਾ। ਜੀਵਤ ਛਾ ਜਾਹੇ ਦੇਵਾਨੇ, ਮੋਇਆ ਉਨ ਤੇ ਕੋਵਰਸਾਨੇ। ਹਜ਼ੂਰ ਕੋ ਲੀਕਦੇ ਫਕੀਰ ਨਹੀਂ ਸੀ, ਕਹਿੰਦੇ ਅਸੀਂ ਅਗਨੀ ਦਿਵਾਲੇ ਫੇਰੇ ਨਹੀਂ ਲੈਣੇ। ਪੰਡਤ ਹਰਦਿਆਲ ਚੰਦ ਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਕੀ ਮਰਜ਼ਾਦਾ ਬਖਸ਼ਣ ਲੱਗੇ ਹੋ। ਹਜ਼ੂਰ ਕਹਿੰਦੇ ਕਾਗਜ਼ ਤੇ ਕਲਮ ਲਿਆਓ, ਲਿਖਿਆ ਕੀ ਮੂਲ ਮੰਤਰ ਰੱਖਿਆ ਪੀੜੇ ਤੇ ਸ਼ਬਦ ਦੀਆਂ ਬਕਰਮਾਂ, ਮੂਲ ਮੰਤਰ ਦੀਆਂ ਬਕਰਮਾਂ ਕੀਤੀਆਂ। ਦੁਨੀਆ ਦੇ ਲੋਕਾਂ ਨੂੰ ਭੁਲੇਖਾ ਹੈ ਕਿ ਸਿੱਖਾਂ ਦਾ ਕਾਗਜ਼ਾਂ ਦਾ ਗੁਰੂ ਹੈ। ਨਹੀਂ ਨਹੀਂ, ਕਾਗਜ਼ ਨਹੀਂ, ਬਾਣੀ ਗੁਰੂ ਹੈ, ਸ਼ਬਦ ਗੁਰੂ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਉਰਾਨੰ। ਸਿੱਧਾ ਪੁੱਛੇ ਤੇਰਾ ਕਬਨ ਗੁਰੂ, ਕਿਸ ਕਾ ਤੂੰ ਚੇਲਾ। ਹਜ਼ੂਰ ਕਹਿੰਦੇ ਸ਼ਬਦ ਗੁਰੂ ਸੁਰ ਤੁਨ ਚੇਲਾ। ਮੇਰਾ ਕੋਈ ਸਰੀਰ ਗੁਰੂ ਨਹੀਂ, ਬਿਸ਼ਟਾ ਰਖਤ ਪਲੇਟੇ ਚਾਮ। ਇਸ ਉੱਪਰਲੇ ਰੱਖਿਓ ਗੁਮਾਨ, ਗੰਦ ਪਿਲਦਾ ਬਲੇਟਿਆ ਚਮੜੀ ਦਾ ਲੋਥੜਾ। ਸਰੀਰ ਮੇਰਾ ਗੁਰੂ ਨਹੀਂ। ਕਰਪੂਰ ਪੋਹ ਸੁਗੰਧਾ, ਪਰਸ ਮਨੁੱਖ ਦੇਹ ਮਲਿੰਗਣ। ਮਝਾ ਰੁਦਰ ਦੁਰਗੰਧਾ, ਕੀ ਹੈ ਮੇਜੇ ਲਹੂ ਦੁਰਗੰਧੀ ਸਰੀਰ ਵਿੱਚ। ਜ਼ਰੂਰ ਸਰੀਰ ਹੀ ਗੁਰੂ ਚਾਹੀਦਾ ਹੈ, ਨਹੀਂ ਸ਼ਬਦ ਗੁਰੂ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਜਿਲਦ ਉੱਪਰ ਆਰੰਭ ਵਿੱਚ ਪਹਿਲੇ ਲਿਖਿਆ ਹੋਇਆ ਹੈ, ਆਦਿ ਗੁਰੂ ਗ੍ਰੰਥ ਸਾਹਿਬ। ਪੂਰਾ ਨਾਂ ਹੀ ਨਹੀਂ ਆਪਾਂ ਲੈਂਦੇ। ਆਦਿ ਹੁੰਦਾ ਸਭ ਦਾ ਮੁੱਢ, ਸਭ ਦਾ ਆਰੰਭ। ਤੁਸੀਂ ਕਹੋਗੇ ਪੰਚਮ ਪਾਤਸ਼ਾਹ ਵੇਲੇ ਸ਼ੁਰੂਆਤ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਠੀਕ। ਦਸਮ ਪਾਤਸ਼ਾਹ ਵੇਲੇ ਸੰਪੂਰਨ ਹੋਇਆ ਗੁਰੂ ਗ੍ਰੰਥ ਸਾਹਿਬ, ਠੀਕ। ਪਰ ਸ਼ਬਦ ਕਿਹਨੂੰ ਕਹਿੰਦੇ ਹੈ? ਸੋ ਕੀਤਾ ਪਸਾਓ, ਏਕੋ ਕਵਾਓ, ਕਵਾਓ ਨਾਮ ਬਚਨ ਦਾ, ਵਾਕ ਦਾ, ਮਨ ਦੇ ਫੁਰਨੇ ਦਾ। ਏਕ ਕੋ ਆਵੇ ਤੇ ਸਭ ਹੋਆ। ਸ੍ਰਿਸ਼ਟੀ ਦੀ ਰਮਤਾ ਕਿੱਥੋਂ ਹੋਈ ਹੈ? ਸ਼ਬਦ ਤੋਂ ਹੋਈ ਹੈ। ਆਪ ਕਾਲ ਪੁਰਖ ਮਹਾਰਾ ਸਾਹਿਬ ਪਰਲੋ ਕਰਕੇ, ਨਿਤ ਪਰਲੋ, ਨਿਮਿਤ ਪਰਲੋ, ਵੰਤ ਪਰਲੋ, ਮਹਾਂ ਪਰਲੋ। ਚਾਰ ਤਰ੍ਹਾਂ ਦੀਆਂ ਗਿਣਦਿਆਂ ਸਮਾਂ ਲੱਗਦਾ ਹੈ। ਬੈਠੇ ਇਕੱਲੇ ਤੇ ਮਨ ਵਿੱਚ ਆਇਆ ਮੈਂ ਬਹੁਤੇ ਰੂਪ ਹੋਵਾਂ, ਤੇ ਇੱਕ ਫੁਰਨੇ ਦੁਆਰਾ, ਇੱਕ ਵਾਕ ਦੁਆਰਾ, ਇੱਕ ਸ਼ਬਦ ਦੁਆਰਾ ਸਾਰੀ ਸ੍ਰਿਸ਼ਟੀ ਸਾਜ ਲਈ ਹੈ। ਏਡਾ ਵੱਡਾ ਪਰਮੇਸ਼ਰ ਕਰਤਾ ਪੁਰਖ। ਸੋ ਇਸ ਪ੍ਰਕਾਰ ਉਹ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਨੇ। ਸ਼ਬਦ ਅਵਤਾਰ, ਇਹ ਸ਼ਬਦ ਹਿਰਦੇ ਤੇ ਲਿਖ ਲਓ, ਕੱਪੜੇ ਤੇ ਲਿਖ ਲਓ, ਕਿਸੇ ਹੋਰ ਵਸਤੂ ਤੇ ਲਿਖ ਲਓ। ਇਸ ਪ੍ਰਕਾਰ ਜੇ ਕਾਗਜ਼ ਤੇ ਲਿਖਿਆ ਤੇ ਫਿਰ ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ। ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਪੂਜਣ ਯੋਗ ਹੋ ਜਾਂਦਾ ਤੜ ਤਾੜ, ਆਪਵਿੱਤਰ ਕਰ ਮਾਨੀਐ ਰੇ। ਜੈਸਰੇ ਕਾਗਦਾ ਕਰ ਕਰਤ ਵਿਕਾਰ ਵਿਚਾਰੰ, ਭਗਤ ਭਗਉਤ ਲਿਖੀਏ ਤੇ ਉਪਰੇ ਪੂਜੀਏ ਕਰ ਨਮਸਕਾਰੰ। ਤਾੜੀਦਾਰ ਉਹ ਕਹਿੰਦੇ ਚੰਗਾ ਨਹੀਂ, ਆਪਵਿੱਤਰ ਹੈ, ਪਵਿੱਤਰ ਨਹੀਂ। ਤਾੜੀ ਸ਼ਰਾਬ ਨਿਕਲਦੀ ਹੈ, ਸ਼ਰਾਬ ਦਾ ਆਪ ਪਾਣੀ। ਉਸ ਨੂੰ ਵੱਢ ਕੇ ਘੋਟ ਕੇ ਕਾਗਜ਼ ਬਣਾ ਕੇ ਭਗਉਤੀ ਪਰਮੇਸ਼ਰ ਦਾ ਨਾਮ ਲਿਖ ਦਈਏ, ਫਿਰ ਪੂਜੀਏ, ਮੱਥੇ ਟੇਕੀਏ। ਇਸ ਤਰ੍ਹਾਂ ਜਾਣਨਾ ਕਰੋ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਨੇ, ਸ਼ਬਦ ਅਵਤਾਰ ਗੁਰੂ ਨੇ, ਜੁਗੋ ਜੁਗ ਟਲ ਗੁਰੂ ਨੇ। ਹਜ਼ੂਰ ਸੱਚਖੰਡ ਨੂੰ ਜਾਣਾ ਤੇ ਕਈਆਂ ਪ੍ਰੇਮੀਆਂ ਨੇ ਰੋ ਕੇ ਅੱਖਾਂ ਤੋਂ ਪਾਣੀ ਵਹਾ ਕੇ ਪਿਆਰ ਵਿਖਾਇਆ। ਤਨ ਸਨੇਹ ਸਾ ਮਿਥਿਆ ਜਾਨੂ, ਕਿਉਂ ਦਿਖਾ ਦੇ ਤੋਂ ਮਨ ਠਾਨੂ। ਦੇਹ ਮਿਲਣ ਮਿਸ਼ਰ ਸੁਭਾਤੀ, ਹੋਏ ਦਿਸ ਪੁਨ ਰਾਵੇ ਆਵੇ ਰਾਤੀ। ਜੋ ਨਰ ਮਿਲੇ ਸ਼ਬਦ ਕੇ ਸੰਗਾ, ਰਹੇ ਸਦੀਵ ਰਾਜ ਤੇ ਰੰਗਾ। ਤੇ ਨਰ ਵਿਸ਼ਰੇ ਬਹੁਰ ਕੁਦਾਈ, ਜੋ ਨੀਰੇ ਮੈਂ ਨੀਰ ਸਮਾਈ। ਮੁਝ ਕੋ ਮਿਲਨੇ ਕੀ ਜੀ ਚਾਹੀ, ਸਦਾ ਵਿਸ਼ਰਨੋਂ ਭਾਵੇ ਨਹੀਂ। ਤੇ ਨਾਰ ਸ਼ਬਦ ਕਰੇ ਅਭਿਆਸੇ, ਸਰਵਨ ਮੰਨਣ ਨਿਤ ਪ੍ਰਤ ਨਿਧਿਆਸੇ। ਮੇਰਾ ਸਰੀਰ ਵਿਛੜਦਾ ਵੇਖ ਕੇ ਵਿਰਾਗ ਕਰਦੇ ਹੋ। ਮੈਂ ਸਰੀਰ ਰੂਪੀ ਗੁਰੂ ਤੇ ਨਹੀਂ, ਮੈਂ ਤੇ ਸ਼ਬਦ ਰੂਪੀ ਗੁਰੂ ਹੈ। ਤੇ ਮਿਲਣਾ ਚਾਹੁੰਦੇ ਹੋ ਤੇ ਕਦੇ ਵੀ ਵਿਛੜਨਾ ਨਹੀਂ ਚਾਹੁੰਦੇ। ਸ਼ਬਦ ਦਾ ਅਭਿਆਸ ਕਰੋ। ਕਲਗੀਧਰ ਪਿਤਾ ਸੱਚਖੰਡ ਨੂੰ ਜਾਣ ਲੱਗੇ ਤੇ ਉਸ ਮੌਕਾ ਵੀ ਕਈਆਂ ਪ੍ਰੇਮੀਆਂ ਨੇ ਰੋ ਕੇ ਪਿਆਰ ਵਿਖਾਇਆ। ਹਜ਼ੂਰ ਨੇ ਕਿਹਾ ਤਨ ਸਨੇਹ ਨ ਨਿਭੈ ਕਹੂੰ, ਸਿੱਖ ਸਾ ਸਦਨ ਨਦੀ ਤਟ ਜਹੂੰ। ਨਿਹਚੇ ਸ਼ਬਦ ਹਿਰਦਾ ਹੈ ਮੇਰੋ, ਜਿਸ ਮੈਂ ਮਿਲੀਏ ਸਾਂਝ ਸਵੇਰੋ। ਸਦਨ ਨਾਮ ਘਰ ਦਾ ਤੇ ਸਿੱਖ ਦਾ ਨਾਮ ਰੇਤ ਦਾ, ਤੇ ਨਦੀ ਦੇ ਕੰਢੇ ਰੇਤ ਦਾ ਘਰ ਬਣਾਇਆ ਹੋਏ। ਕਿੰਨੀ ਕੁ ਮਿਣਿਆਦ ਏ ਉਹਦੀ। ਮੇਰਾ ਸਰੀਰ ਵਿਛੜਦਾ ਵੇਖ ਕੇ ਨਾ ਰੋਵੋ। ਮੈਂ ਸਰੀਰ ਰੂਪੀ ਗੁਰੂ ਨਹੀਂ, ਮੈਂ ਸ਼ਬਦ ਰੂਪੀ ਗੁਰੂ ਹਾਂ।
ਇਸ ਪੱਖ ਵਿੱਚ ਹੋਰ ਵੀ ਬੋਲਣ ਦੀ ਲੋੜ ਹੈ। ਕਾਗਜ਼ ਗੁਰੂ ਨਹੀਂ, ਪੀੜਾ ਗੁਰੂ ਨਹੀਂ, ਚੌਰ ਗੁਰੂ ਨਹੀਂ, ਹੋਰ ਕੋਈ ਵਸਤੂ ਗੁਰੂ ਨਹੀਂ, ਸ਼ਬਦ ਗੁਰੂ ਹੈ। ਸਾਂਝ ਸਵੇਰੇ ਸ਼ਾਮ ਨੂੰ ਵੀ ਸਵੇਰੇ ਨਿਤਨੇਮੀ ਬਣੋ, ਬਾਣੀ ਸਿਮਰਨਾ ਜੁੜੋ। ਉਸ ਹਰੀ ਵਿੱਚ ਤੁਸੀਂ ਅਭੇਦ ਹੋ ਜਾਵੋਗੇ। ਕਰਤੇ ਪੁਰਖ ਨਿਰੰਕਾਰ ਨੇ ਸ੍ਰਿਸ਼ਟੀ ਸਾਜੀ ਹੈ। ਹਜ਼ੂਰ ਲਿਖਦੇ ਹੈ, ਜਦ ਪਹਿਲੇ ਹਮ ਸ੍ਰਿਸ਼ਟ ਬਣਾਈ, ਦਾਈਂਤ ਰਚੇ ਦੁਖ ਦੁਖਦਾਈ, ਤੇ ਭੁਜਬਲ ਬਬਰੇ ਹੋਏ ਗਏ, ਪੂਜਤ ਪਰਮ ਪੁਰਖ ਰਹਿ ਗਏ। ਤੇ ਹਮ ਤਮਕ ਤਨਕ ਮੋ ਖਾਪੇ, ਤਿਸ ਕੀ ਠੌਰ ਦੇਵਤਾ ਥਾਪੇ। ਮਹਾਦੇਵ ਅਚੁਤ ਕਹਾਇਓ, ਬਿਸ਼ਨ ਆਪ ਹੀ ਕੋ ਹਰਾਇਓ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭ ਨ ਕਿਨਹੂ ਜਾਨਾ। ਦੀ ਹਾਲਾਤ ਦੁਨੀਆ ਤੇ ਬਣੀ ਰਹੀ। ਦੈਂਤ ਰਚੇ ਬਾਹਾਂ ਦੇ ਬਲ ਚ ਪਾਗਲ ਹੋ ਗਏ, ਤਮਕ ਵਿੱਚ ਆ ਕੇ ਖਪਤ ਕਰ ਦਿੱਤੇ, ਵੱਢ ਸੁੱਟੇ, ਦੇਵਤੇ ਸਾਜ ਦਿੱਤੇ। ਮਹਾਦੇਵ ਸ਼ਿਵ ਜੀ ਕਹਿੰਦਾ, ਮੈਂ ਅਚੁੱਤ ਸਥਿਰ ਰਹਿਣ ਵਾਲਾ ਹੈ। ਬੜੀ ਲੰਬੀ ਉਮਰ ਹੈ ਸ਼ਿਵ ਜੀ ਦੀ, ਵਿਚਾਰ ਕਰਨ ਤੋਂ ਪਤਾ ਲੱਗਦਾ ਹੈ। ਦੂਜੇ ਕਹਿਣਾ ਅਸੀਂ ਸ੍ਰੇਸ਼ਟ ਹਾਂ, ਮੱਤਾਂ ਐਵੇਂ ਦੁਨੀਆ ਤੇ ਚੱਲੀਆਂ ਨੇ। ਖਾ ਗੁਰਮੁਖ ਰੋ ਵਿਚਾਰ, ਬੰਦਿਆਂ ਮਗਰ ਨਹੀਂ ਲੱਗਣਾ, ਪਾਗਲਾਂ ਮਗਰ ਨਹੀਂ ਲੱਗਣਾ, ਬਹੁ ਗਿਣਤੀ ਮਗਰ ਨਹੀਂ ਲੱਗਣਾ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਨਾਮ ਹੈ ਗਿਣਤੀ ਦਾ। ਐੜਾ ਲੱਗਿਆ ਤੇ ਗਿਣਤੀ ਤੋਂ ਰਹਿਤ ਲੋਕ ਬਹੁਤੇ ਨੇ, ਬਹੁਤੇ ਵੇਖ ਕੇ ਮਗਰ ਨਹੀਂ ਲੱਗਣਾ। ਸ਼ਬਦ ਦੇ ਪੁਜਾਰੀ ਮਹਾਰਾਜ ਸਾਹਿਬ ਆਪ ਸੀ, ਸਾਨੂੰ ਸ਼ਬਦ ਦੇ ਪੁਜਾਰੀ ਬਣਾਇਆ। ਤੇ ਸ਼ਬਦ ਨਾਲ ਆਪਾਂ ਸਾਰਿਆਂ ਗੁਰਮੁਖਾਂ ਵੀਰ ਭਾਈ ਨੇ ਜੁੜਨਾ ਹੈ। ਕੋਈ ਭਈਓ ਮੁੰਡਿਆ ਸੰਨਿਆਸੀ, ਕੋਈ ਜੋਗੀ ਭਈਓ, ਕੋਈ ਬ੍ਰਹਮਚਾਰੀ, ਕੋਈ ਜਤੀ ਅਨੁਮਾਨ ਬੋ। ਹਿੰਦੂ ਤੁਰਕ ਕੋ ਰਾਪ ਸਮਾਮ, ਸਾਫੀ ਮਾਨਸ ਕੀ ਜਾਰ ਸਭ ਹੈ। ਇੱਕ ਪਹਿਚਾਨ ਬੋ ਤਬ ਹਰ ਬਹੁਰ ਦਤ ਉਪਜਾਇਓ, ਤਿਨ ਵੀ ਆਪਣਾ ਪੰਥ ਚਲਾਇਓ। ਕਰਮ ਨਕਸ ਰਚੜਾ ਸਵਾਰੀ, ਹਰ ਕੀ ਪ੍ਰੀਤ ਰੀਤ ਨ ਵਿਚਾਰੀ। ਪੁਨ ਹਰ ਗੋਰਖ ਕੋ ਪਰਾਜਾ, ਸਿੱਖ ਕਰੇ ਤੈਨੂੰ ਮਦ ਰਾਜਾ। ਸਰਬਣ ਪਾਰ ਕੰਨ ਪਾੜ, ਮੁੰਦਰੇ ਪਵਾ ਦਿੱਤੇ। ਰਾਮਾਨੰਦ ਕਰਾ ਭੇਖ ਬਿਰਾਗੀ ਕੋ ਚੰਦਰਾ। ਮੈਂ ਸ਼ਾਰਟਕਟ ਕਰ ਰਿਹਾ। ਮਹਾਦੀਨ ਮੁਹੰਮਦ ਸਾਹਿਬ ਨੂੰ ਸੋ ਦੁਨੀਆ ਤੇ ਭੇਜਿਆ, ਧਰਤੀ ਤੇ ਭੇਜਿਆ। ਤੈਨਵੀਂ ਸੁਣਤਾ ਕਰਵਾ ਕੇ ਆਪਣਾ ਪੰਥ ਚਲਾ ਲਿਆ। ਹੁਣ ਮੈਂ ਤੈਨੂੰ ਭੇਜਦਾ ਹੈ, ਆ ਮੈਂ ਆਪਣਾ ਸਤ ਤੋਹੇ ਨਵਾਜਾ। ਪੰਥ ਕਰਮ ਪਰਜਰ ਕਰਬੇ ਕੋ ਸਾਜਾ, ਦਾਹੇ ਤਾਹੇ ਤੋਂ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਆਦਿਕ ਵਿਚਾਰਾਂ ਨੇ ਬੜਾ ਜ਼ੋਰ ਲੱਗਾ ਮੁਸਲਮਾਨਾਂ ਦਾ। 6 ਸਦੀਆਂ 63 ਰਾਜੇ ਹੋਏ, 200 ਜਲਾਦ ਰੱਖਿਆ ਸੀ। ਬਣੋ ਮੁਸਲਮਾਨ, ਪੜੋ ਕਰਵਾਨੀ ਤੇ ਵੱਢ ਦੇਣੇ ਹੈ, ਮਾਰ ਦੇਣੇ ਹੈ। ਅਗਲੀਆਂ ਲੋਥਾਂ ਚੁੱਕੋ ਤੇ ਨਵੀਆਂ ਲਿਆ ਕੇ ਸੁੱਟੋ। ਸਾਈ ਮੱਤ ਵਾਲੇ ਕਿੱਲ ਕਿੱਲ ਕੇ ਹੁਣ ਵੀ ਜ਼ੋਰ ਲਾਈ ਜਾਂਦੇ ਹੈ। ਨਾ ਸਾਈ ਮੱਤ 'ਚ ਪੈਰਾ ਹੋ ਕੇ ਮੁਕਤੀ ਮਿਲਣੀ ਹੈ, ਤੇ ਨਾ ਮੁਸਲਮਾਨੀ ਮੱਤ ਵਿੱਚ ਮਿਲਣੀ ਹੈ, ਤੇ ਨਾ ਹਿੰਦੂਆਂ 'ਚ ਮਿਲਣੀ ਹੈ। ਸੁਨਿਆ ਭਾਵ ਨਿਰੰਕਾਰ ਦੇ ਜਿੰਨਾ ਚਿਰ ਪਾਸ਼ਕ ਨਹੀਂ ਬਣਦੇ, ਉਹ ਇੱਕ ਹੀ ਹੈ, 2 3 ਨਹੀਂ। ਸਾਰਿਆਂ ਦਾ ਬਾਪੂ ਹੈ, ਸਭ ਘੜੀ ਆਗਿਆ ਨਹੀਂ ਦਿੰਦੀ। ਅੱਜ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ 15 ਭਗਤਾਂ ਦੀ ਹਜ਼ੂਰ 5ਵੇਂ ਪਾਤਸ਼ਾਹ ਨੇ ਦਰਜ ਕੀਤੀ ਹੈ, ਜਿਸ ਵਿੱਚ 794 ਸ਼ਬਦ ਨੇ। ਕੱਲੇ ਕੱਲੇ ਭਗਤ ਦੇ ਗਿਣਦਿਆਂ ਸਮਾਂ ਲੱਗਦਾ ਹੈ। ਤੁਛ ਬੁੱਧੀ ਅਨੁਸਾਰ ਆਓ ਮਿਲ ਕੇ ਵਿਚਾਰ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾ ਕੀ, ਕਬੀਰ ਜੀ। ਤਿਲੰਗ ਰਾਗ ਹੈ ਤੇ ਬਾਣੀ ਭਗਤ ਕਬੀਰ ਜੀ ਕੀ ਦਰਜ ਕੀਤੀ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ। ਜਿਹੜੀਆਂ ਪੋਥੀਆਂ ਗੋਬਿੰਦਵਾਲ ਸਾਹਿਬ ਤੋਂ ਪਹਿਲੇ ਸਰੂਪ ਤੇ ਦੂਜੇ ਸਰੂਪਾਂ ਦੀਆਂ 5ਵੇਂ ਪਾਤਸ਼ਾਹ ਲੈ ਕੇ ਆਏ ਸੀ, ਉਹਨਾਂ ਵਿੱਚ ਭਗਤਾਂ ਦੀ ਬਾਣੀ ਨਹੀਂ। ਭਗਤ ਸਾਰੇ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਹੋਏ ਨੇ, ਸੋ ਸਾਰੇ ਸਰੂਪਾਂ ਤੋਂ ਪਹਿਲਾਂ ਹੋਏ ਨੇ। ਕੇਵਲ ਕਬੀਰ ਜੀ ਦਾ ਮਿਲਾਪ ਹੋਇਆ ਥੋੜਾ ਸਮਾਂ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਬੜਾ ਮਾਣ ਦਿੱਤਾ। ਇੰਨੀ ਸਾਂਝੀ ਬਾਣੀ, ਸਾਰੀਆਂ ਮੱਤਾਂ ਦੇ ਭਗਤ, ਮੁਸਲਮਾਨੀ ਮੱਤ ਦੇ, ਹਿੰਦੂ ਮੱਤ ਦੀ ਬਹੁਤੀ ਗਿਣਤੀ ਹੈ, ਤੇ ਹੋਰ ਮੱਤਾਂ ਦੇ ਖਾਰੋ ਵਿਚਾਰ ਬਾਣੀ ਭਗਤਾਂ, ਬਹੁਤਿਆਂ ਭਗਤਾਂ, 15 ਭਗਤਾਂ ਦੀ, 8 ਹੋਰ ਗੁਰੂ ਕੇ ਸਿੱਖਾਂ ਦੀ। ਇਹ ਬਾਣੀ ਹੈ ਕਬੀਰ ਜੀ ਕੀ, ਜਿਸ ਵਿੱਚ 538 ਸ਼ਬਦ ਹਜ਼ੂਰ ਸੱਚੇ ਪਾਤਸ਼ਾਹ ਨੇ ਦਰਜ ਕੀਤੇ ਸ਼ਲੋਕਾਂ ਸਮੇਤ। ਕੀ ਕਹਿੰਦੇ ਹਨ? ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਨਿਰੰਕਾਰ ਕਾਲ ਪੁਰਖ ਹੈ, ਉਹਦੇ ਬਰਾਬਰ ਦੀ ਦੂਜੀ ਹਸਤੀ ਸ਼ਕਤੀ ਵਿਅਕਤੀ ਕੋਈ ਨਹੀਂ ਤੇ ਨਹੀਂ ਹੋਵੇਗੀ। ਫਿਰ ਕਿਉਂ ਵੰਡਾਂ ਪਾਈਆਂ? ਇਹ ਗਿਰਾ ਮੇਰਾ ਹੈ, ਮਸੀਤ ਤੇਰੀ, ਗੁਰਦੁਆਰਾ ਤੇਰਾ ਹੈ, ਮੰਦਰ ਮੇਰਾ। ਇਹ ਵੰਡਾਂ ਪਾਈਆਂ ਹੈ। ਨਾ ਵੰਡਾਂ ਮਨ ਚੋਂ ਕੱਢ ਦਿਓ, ਦੁਬਿਧਾ ਦਵੈਤ ਈਰਖਾ ਛੱਡ ਦਿਓ। ਜਿਸ ਨਾਲ ਕੀ ਦੁਬਿਧਾ ਨਾ ਜਾਏ, ਧਰ ਬਰਾਏ ਤਿਸ ਕੋ ਦੇ ਸਜਾਏ। ਦੁਬਿਧਾ ਰੋਗ ਸਦਕ ਵਡੇਰਾ,
ਮਾਇਆ ਕਾ ਮੁਹਤਾਜ ਪਿਆ। ਇੱਕ ਅਦੁੱਤੀ ਹੈ ਓੰਕਾਰ, ਚਾਰ ਸੇ ਰੱਖਿਆ ਕਰਦਾ ਹੈ। ਇੱਕ ਤੋਂ ਅੱਗੇ ਦੀ ਗਿਣਤੀ ਮੁੱਕਦੇ ਨਹੀਂ, ਅਰਬਾਂ ਖਰਬਾਂ ਤੱਕ ਚਲੇ ਜਾਓ, ਇੱਕ ਤੋਂ ਪਿੱਛੇ ਕਿੱਧਰ ਜਾਓਗੇ, ਪਰਲੋ ਹੀ ਹੈ। ਇੱਕ ਸਭ ਤੋਂ ਵੱਡਾ ਹੈ ਓੰਕਾਰ, ਚਾਰ ਸੇ ਰੱਖਿਆ ਕਰਦਾ ਤੇ ਕਾਰ ਸੁਧ ਚੇਤਨ ਸਰੂਪ ਨਿਰੰਕਾਰ ਦੀ ਲਖਾਇਕ ਹੈ। ਕੀ ਕਹਿੰਦੇ ਆਪ ਜੀ? ਵੇਦ ਕਤੇਬ ਇਫਤਰਾ ਭਾਈ। ਸਤ ਨਾਸ ਤੋਂ ਰਹਿਤ ਹੈ ਤੇ ਗੁਰ ਸਭ ਤੋਂ ਵੱਡਾ ਹੈ। ਪ੍ਰਸਾਦ ਕਿਰਪਾ ਕਰਦਾ ਹੈ ਤੇ ਭਗਤ ਜੀ ਦੇ ਕੋਲ ਆ ਗਏ ਕਾਜੀ, ਮੁੱਲਾ ਤਥਾ ਤੇ ਪੰਡਤ। ਪੰਡਤ ਕਹਿਣ ਵੀ ਵੇਦ ਸਭ ਤੋਂ ਸ੍ਰੇਸ਼ਟ ਨੇ, ਬ੍ਰਹਮਾ ਦੀ ਰਸਨਾ ਤੋਂ ਪ੍ਰਗਟ ਹੋਏ ਨੇ। ਸ਼ਾਮ ਵੇਦ, ਰਿਗ ਵੇਦ, ਯੁਜੁਰ ਵੇਦ, ਥਰਵਣ ਵੇਦ। ਮੁੱਲਾ ਕਾਜੀ ਕਹਿੰਦੇ ਨਹੀਂ ਕਿਤਾਬਾਂ ਵੱਡੀਆਂ ਨੇ, ਉਹਨਾਂ 'ਚੋਂ ਬਹੁਤਾ ਕੁਝ ਮਿਲਦਾ ਹੈ। ਤੇ ਭਗਤ ਜੀ ਕਹਿੰਦੇ ਵੇਦ ਕਿਤਾਬ ਇਫਤਰਾ। ਇਫਤਰਾ ਨਾਮ ਸੀਸੇ ਦਾ ਹੈ। ਸੀਸੇ ਸਾਹਮਣੇ ਖੜੇ ਹੋਵੋ, ਪੱਗ ਦੇ ਪੇਜ ਦਿਸ ਪੈਂਦੀ ਹੈ, ਚਿਹਰੇ ਦੇ ਥਿਮ ਕਾਲਖ ਦਿਸ ਪੈਂਦੀ ਹੈ। ਉਹ ਵੇਦ ਕਿਤਾਬਾਂ ਦੱਸ ਦਿੰਦੀਆਂ, ਅੰਜੀਲ, ਤੁਰੇਤ, ਜਬੂਰ, ਕੁਰਾਨ ਜਿਨ੍ਹਾਂ ਦੇ ਨਾਂ ਨੇ। ਅੰਜੀਲ ਈਸਾ ਮਸੀਹ ਜੱਸੂ ਜੀ ਦੇ ਨਾਂ ਤੋਂ ਹੈ, ਕੁਰਾਨ ਸ੍ਰੀ ਮੁਹੰਮਦ ਸਾਹਿਬ ਦੇ ਨਾਂ ਤੋਂ ਹੈ, ਤੇ ਮੂਸੇ ਦੇ ਨਾਂ ਤੋਂ ਤੁਰੇਤ ਹੈ, ਜਬੂਰ ਦਾਊਦ ਦੇ ਨਾਂ ਤੋਂ ਹੈ। ਇੰਨੀ ਸਾਂਝੀ ਵਾਰਤਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤਾਬਾਂ ਹੀ ਕਹਿ ਕੇ ਲੰਘ ਜਾਂਦੇ ਹੈ। ਪਤਾ ਗਿਆਨ ਹੀ ਨਹੀਂ ਇਹਨਾਂ ਲੋਕਾਂ ਨੂੰ, ਕਾਹਦੇ ਪੜ੍ਹੇ ਨੇ ਫਿਰ, ਕਾਹਦੇ ਸਿਆਣੇ ਹੈ। ਇਸ ਪ੍ਰਕਾਰ ਦੁਨਿਆਵੀ ਵਿਦਿਆ ਤੇ ਉਪਜੀਵਕਾ ਚਲਾਉਣ ਲਈ ਹੈ ਬ੍ਰਹਮ ਵਿਦਿਆ ਪੜ੍ਹਨੀ ਬੜੀ ਜ਼ਰੂਰੀ ਹੈ। ਗੁਰੂ ਕੀ ਬਾਣੀ ਉਹਨਾਂ ਗਦਵੇਦ ਕਿਤਾਬਾਂ ਵਰਗਾ ਨਹੀਂ। ਇਹ ਦੱਸਦੀ ਵੀ ਅਕਾਲਖ ਦਾਗ ਤੇ ਲਾਈ ਵੀ ਜਾਂਦੀ ਹੈ। ਵੇਦ ਇਫਤਰਾ ਭਾਈ, ਇਫਤਰਾ ਜਾਲ ਨੂੰ ਵੀ ਕਹਿੰਦੇ, ਫਸਾਉਣ ਵਾਲੇ ਨੇ। ਸੋ ਆਪ ਜੀ ਕਹਿੰਦੇ ਦਿਲ ਕਾ ਫਿਕਰ ਨਾ ਜਾਏ। ਦਿਲ ਵਿੱਚ ਮਨ ਵਿੱਚ ਜਿਹੜੀ ਚਿੰਤਾ ਫਿਕਰ ਜੀਵ ਤੇਰੇ ਲੱਗੀ ਹੋਈ ਹੈ, ਇਹਨਾਂ ਵੇਦਾਂ ਕਿਤਾਬਾਂ ਦੇ ਪੜ੍ਹਨ ਤੋਂ ਉਹ ਦੂਰ ਨਹੀਂ ਹੋਵੇਗੀ। ਦਿਲ ਕਾ ਫਿਕਰ ਨਾ ਜਾਏ। ਦਿਲ ਦੀ ਫਿਕਰ, ਦਿਲ ਦੀ ਚਿੰਤਾ, ਮਨ ਵਿੱਚ ਕੁਝ ਹੋਰ ਤੇ ਬਾਹਰੋਂ ਹੋਰ, ਜਨ ਮਨ ਹੋਰ, ਮੁਖ ਹੋਰ, ਸੇ ਕਾਂਢੇ ਕੱਚਿਆ। ਇੱਕ ਬੱਚਾ ਜਿਹਦੇ ਦਿਲ ਵਿੱਚ ਕੁਝ ਹੋਰ ਨਹੀਂ, ਦਿਲੋਂ ਪਿਆਰ ਕਰਦਾ ਹੈ। ਇੱਕ ਜਾਨਵਰ ਹੈ, ਉਹ ਦਿਲੋਂ ਪਿਆਰ ਕਰਦਾ ਹੈ। ਬੰਦੇ ਮਨ ਵਿੱਚ ਕੁਝ ਹੋਰ ਤੇ ਬਾਹਰੋਂ ਕੁਝ ਹੋਰ, ਨਿਮੀ ਖੀਮਨੀ ਹੋਰ। ਉਹ ਦਿਲ ਦੀ ਫਿਕਰ ਚਿੰਤਾ ਪਰਮੇਸ਼ਰ ਦੇ ਨਾਮ ਨੇ ਮੇਟਣੀ ਹੈ। ਟੁਕ ਦਮ ਕਰਾਰੀ ਜੋ ਕਰਹੁ। ਟੁਕ ਥੋੜਾ ਸਮਾਂ, ਦਮ ਮਾਤਰ, ਕਰਾਰੀ ਭਰੋਸਾ ਕਰਤੇ ਪੁਰਖ ਤੇ ਕਰੋ। ਹਾਜ਼ਰ ਹਜੂਰ ਖੁਦਾਏ। ਖੁਦ ਆਇਆ ਹੋਇਆ ਖੁਦਾ ਨਿਰੰਕਾਰ ਸਾਰੀ ਸ੍ਰਿਸ਼ਟੀ ਵਿੱਚ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਸੋ ਪ੍ਰਭ ਚੇਤਨ ਆਵੇ ਕਿਤੜਾ ਦੁੱਖ ਗਣਾ। ਹਾਜ਼ਰ ਹਜ਼ੂਰ ਹੈ, ਕਿਤੇ ਦੂਰ ਨਹੀਂ। ਬੰਦੇ ਖੋਜ ਦਿਲ ਹਰ ਰੋਜ। ਐ ਬੰਦੇ ਤੈਨੂੰ ਬਹੁਤਾ ਪੜ੍ਹਨ ਦੀ ਲੋੜ ਨਹੀਂ। ਜੇਤਾ ਪੜਿਆ ਤੇਤਾ ਕੜਿਆ, ਬਹੁਤ ਤੀਰਥ ਭਵਿਆ ਤੇਥੋਂ ਲਵਿਆ। ਆਪਣੇ ਦਿਲ ਨੂੰ ਖੋਜ, ਆਪਣੇ ਮਨ ਨੂੰ ਖੋਜ। ਤੇਰੇ ਮਨ 'ਚ ਕੀ ਵਸਦਾ ਹੈ, ਕੀ ਫੁਰਨਾ ਚੱਲਦਾ ਹੈ। ਸੰਗਤ ਵਿੱਚ ਬੈਠਿਆਂ ਵੀ ਹੋਰ ਸਾਰੇ ਬੰਦੇ ਖੋਜ ਦਿਲ ਹਰ ਰੋਜ਼। ਕੀ ਕਹਿੰਦੇ ਹਨ? ਨਾ ਫਿਰ ਪਰੇਸ਼ਾਨੀ ਮਾਹੀ। ਪਰੇਸ਼ਾਨੀ ਮਨ ਦੀਆਂ, ਚਿੰਤਾ ਮਨ ਦੀਆਂ, ਫਿਕਰ ਮੰਨਦੇ, ਵਲਵਲੇ ਮੰਨਦੇ, ਇਹਨਾਂ ਤੋਂ ਬਚਾਅ ਹੋ ਜਾਵੇਗਾ। ਮਨ ਮੇਰਾ ਧਾਵਨ ਤੇ ਛੁਟਕਿਓ, ਕਰ ਬੈਠੋ ਵਿਸਰਾਮ, ਟਿਕਾ ਦੀ ਪ੍ਰਾਪਤੀ ਹੋਵੇਗੀ। ਜੇ ਸ਼ਾਂਤੀ ਸੰਤੋਖ ਚਾਹੁੰਦੇ ਹੋ ਤੇ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਕਰੋ, ਬਾਣੀ ਨਾਲ ਜੁੜਨਾ ਕਰੋ। ਇਹ ਜੋ ਦੁਨੀਆ ਸਿਹਰ ਮੇਲਾ। ਇਹ ਜਿਹੜੀ ਦੁਨੀਆ ਵੇਖ ਰਹੇ ਹੋ, ਜਿਹਦੀਆਂ ਦੋ ਨੀਆਂ ਨੇ, ਜੰਮ ਕੇ ਆਉਣਾ ਤੇ ਮਰ ਕੇ ਜਾਣਾ। ਸਿੱਖ ਜਾਤੀ ਜਗ ਨਾ ਕੋਈ ਥਿਰ ਰਹਿਆ। ਜਿਸ ਆਸਣ ਹਮ ਬੈਠੇ केते बैस गया। बड़े दुनिया के बड़े बड़े होए, जिनके रथ नेम दरारन के सब सागर पै। अब लो जग माही, जिन चापन गोसन के बलते। सब सैल बटोर धरे तर माही। जम राज डरे जिनके बलते, सुर राज डरे जिनके बल माही। मन ते जग भीतर नाहे रहे, अब जोर ले कोलो जग माही। धरती उपर कोटगढ़ केती गई बजाए। जो असमान न मावनी, तिन नख नत नक नथा पाए। बहुत बड़ी परबल है, उस नूं चेते रखो, परेशानियां तो दूर होवोगे। आप जी कहते ये जो दुनिया शहर मेला, बाजीगर दे एक शहर की ताई ये मेला है दुनिया का। दस्तगीरी नाही। दस्त हथ दे गिरी, पकड़े जान वाला नहीं, हाथ विच आउण वाला नहीं, पकड़े जान वाला नहीं। दुनिया ते परमेश्वर दे नाम तो बिना, बाणी सिमरन तो बिना, ना शरीर ना संबंधी ना समगरी,
ਕੋਈ ਵਸਤੂ ਤੇਰੇ ਨਾਲ ਨਹੀਂ ਜਾਵੇਗੀ। ਰਹਾਉ ਵਿਸਰਾਮ ਦੇ ਕੇ ਹਜ਼ੂਰ ਕਿਰਪਾ ਕਰਦੇ ਹਨ। ਦਰੋਗ ਪੜ ਪੜ ਖੁਸ਼ੀ ਹੋਏ। ਦਰੋਗ ਨਾਮ ਝੂਠ ਦਾ ਹੈ। ਗੁਰਮੁਖੋ ਸਰ ਯੁਗ ਦਾ ਸਮਾਂ ਸੀ, ਲੱਖ ਲੱਖ ਵਰਾ ਜੀਵ ਜੀ ਲੈਂਦੇ ਸੀ, ਪਰ ਕੋਈ ਝੂਠ ਨਹੀਂ ਸੀ ਬੋਲਦਾ, ਇੱਕ ਵੀ ਝੂਠ ਬੋਲਣ ਵਾਲਾ ਨਹੀਂ ਸੀ ਲੱਭਦਾ। ਤੇ ਹੁਣ ਕਲਯੁਗ ਦਾ ਸਮਾਂ, ਇੱਕ ਵੀ ਸੱਚ ਬੋਲਣਾ ਲੱਭ ਕੇ ਦੱਸੋ। ਗੁਰਦੁਆਰਿਆਂ ਵਿੱਚ, ਧਰਮ ਸਥਾਨਾਂ ਵਿੱਚ ਝੂਠ ਨੇ ਡੇਰਾ ਲਾ ਲਿਆ ਹੈ। ਕਲਯੁਗ ਰਸ ਅਗਨ ਕਾ ਕੂੜ, ਅੱਗੇ ਰਥਵਾ ਹੋਏ ਸੱਚ ਸਭਨਾ ਕਾ ਖਸਮ ਹੈ। ਜਿਸ ਬਖਸ਼ੇ ਸੋਜਨ ਪਾਏ, ਸੱਚ ਹੈ ਕਿਤੇ ਕੂੜ ਮਾਵਸ ਸੱਚ ਚੰਦਰਮਾ ਦੀਸੇ, ਨਾਹੀ ਕਹਿ ਚੜਿਆ ਹੂੰ ਭਾਲ ਵਿਖੁਨੀ ਹੋਈ। ਨਾਨਕ ਸੱਚ ਸੋਚ ਪਾਈਐ ਤੇ ਸੰਤਨ ਕੇ ਪਾਸ। ਉਹਨਾਂ ਸੰਤਾਂ ਨੂੰ ਲੱਭਣਾ ਬੜਾ ਮੁਸ਼ਕਲ ਹੈ ਨ ਵਿਰਲੇ ਨਾਹੀ ਘਣੇ। ਦਰੋਗ ਝੂਠ ਪੜ੍ਹ ਪੜ੍ਹ ਕੇ ਚਾਰ ਬਾਣੀਆਂ ਪਾਪ ਦੀਆਂ, ਰਤਨਾਂ ਦੇ ਪਾਪ, ਘੜੀ ਆਗਿਆ ਨਹੀਂ ਦਿੰਦੀ। ਤੂੰ ਪੜ੍ਹ ਪੜ੍ਹ ਬੜਾ ਝੂਠ ਬੋਲ ਬੋਲ, ਬੜਾ ਝੂਠ ਬੋਲਦਾ, ਬੜਾ ਚਰਦਾ ਪੁਰਦਾ ਹੈ। ਤੇ ਜਿਹੜਾ ਸੱਚ ਬੋਲਦਾ ਵਿਚਾਰਾ ਸਿੱਧਾ ਹੀ ਹੈ। ਦਰੋਗ ਪੜ੍ਹ ਪੜ੍ਹ ਖੁਸ਼ੀਆਂ ਮਨਾਉਂਦਾ ਹੈ, ਝੂਠ ਬੋਲ ਬੋਲ ਕੇ ਭੰਡਾਰੇ ਭਰਦਾ ਹੈ। ਬੇਖਬਰ ਬਾਦ ਬਕਾਹੇ। ਤੂੰ ਖਬਰ ਤੋਂ ਬੇਖਬਰ ਹੋਇਆ ਤੇ ਬਾਦ ਵਿਵਾਦ ਝਗੜੇ ਬਕਾਏ ਬਕਦਾ ਹੈ ਰਸਨਾ। ਤੂੰ ਕਹਿੰਦਾ ਹੈ, ਝੂਠ ਬੋਲਦਾ ਹੈ, ਰਾਜ ਦਾ ਪਹਾੜ ਬਣਾ ਬਣਾ ਕੇ ਝੂਠ ਬੋਲ ਬੋਲ ਕੇ ਦੁਨੀਆ ਨੂੰ ਡਕਾਉਂਦਾ ਹੈ, ਭੜਕਾਉਂਦਾ ਹੈ। ਇਸ ਤਰ੍ਹਾਂ ਪ੍ਰਾਪਤੀ ਨਹੀਂ ਹੋਣੀ। ਹੱਕ ਸੱਚ ਖਾਲਕ ਖਲਕ ਮਿਆਨੇ। ਉਹ ਹੱਕ ਸੱਚਾ ਪਰਮੇਸ਼ਰ ਸੱਚ ਨੇਜੇ ਕਰਕੇ, ਖਾਲਕ ਪਰਮੇਸ਼ਰ ਸਾਰੀ ਸ੍ਰਿਸ਼ਟੀ 'ਚ ਮਿਲਿਆ ਹੋਇਆ, ਲੱਭਣ ਜਾਣ ਦੀ ਲੋੜ ਨਹੀਂ, ਵਾਜਾਂ ਮਾਰਨ ਦੀ ਲੋੜ ਨਹੀਂ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਨੰਦ ਲਾਲ ਜੀ ਕਹਿੰਦੇ, ਖਲਕਤ ਖਾਲਕ ਹੀ ਜਾਣ ਕੇ, ਖਲਕਤ ਖਾਵੇ ਨਾਹੇ, ਖਲਕ ਦੁਖੇ ਨੰਦ ਲਾਲ ਜੀ, ਖਾਲਕ ਕੋ ਪਿਤਾਹੇ। ਇਹ ਸਾਰੀ ਖਲਕਤ ਖਾਲਕ ਪਰਮੇਸ਼ਰ ਦੀ ਬਣਾਈ ਹੋਈ ਹੈ, ਉਹ ਸਾਰਿਆਂ ਵਿੱਚ ਮਿਲਿਆ ਹੋਇਆ ਹੈ। ਹੱਕ ਹੱਕਾ ਹੱਕ ਸੱਚ ਹੈ, ਨਿਹਚੇ ਰੂਪੀ ਖਾਲਕ ਪਰਮੇਸ਼ਰ ਸਾਰੀ ਖਲਕਤ ਵਿੱਚ ਮਿਆਨੇ ਆਪ ਚ ਕਹਿੰਦੇ ਵਿੱਚ ਹਨ। ਸਿਆਮ ਮੂਰਤ ਨਾਹੀ। ਉਹਦੀ ਕੋਈ ਸਿਆਮ ਕ੍ਰਿਸ਼ਨ ਵਰਗੀ ਕਾਲੇ ਰੰਗ ਦੀ ਮੂਰਤੀ ਨਹੀਂ। ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨੈਣ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼ਮ ਤੋਜ ਕਿਹਜੈ, ਕੋਟ ਇੰਦਰ ਇੰਦਰਾਨ ਸਾਹਿ ਸਹਾਨ ਗਣਿਜੈ। ਤ੍ਰਿਭਵਨ ਮਹੀਪ, ਤਿੰਨਾਂ ਹੀ ਲੋਕਾਂ ਦਾ ਮਹੀਪ ਰਾਜਾ ਹੈ। ਸੁਰ ਨਰ ਅਸੁਰ, ਸੁਰ ਦੇਵਤੇ ਨਰ ਮਨੁੱਖ ਅਸੁਰ ਦੈਂਤ। ਜਿਹਨੂੰ ਨੇਤ ਨੇਤ ਬੇਅੰਤ ਬੇਅੰਤ ਕਹਿੰਦੇ ਨੇ, ਉਸ ਕਰਤੇ ਪੁਰਖ ਚੇਤੇ ਯਾਦ ਰੱਖੋ। ਅਸਮਾਨ ਮਿਆਨੇ ਲਹੰਗ ਦਰਿਆ। ਹਿਰਦੇ ਰੂਪੀ ਅਸਮਾਨ ਵਿੱਚ ਮਿਆਨੇ ਜਨਨਾ ਕਰੋ, ਲਹੰਗ ਲਖਣਾ ਕਰੋ ਉਸ ਕਰਤੇ ਪੁਰਖ ਦੇ ਤਾਈ। ਅਸਮਾਨ ਮਿਆਨੇ ਲਹੰਗ ਦਰਿਆ। ਅਸਮਾਨ ਹਿਰਦੇ ਰੂਪੀ ਵਿੱਚ ਮਿਆਨੇ ਵਿੱਚ ਲਹੰਗ ਲਖਣਾ ਕਰੋ, ਜਨਨਾ ਕਰੋ ਦਰਿਆ ਭੂਤ ਪਰਮੇਸ਼ਰ ਕਰਤੇ ਪੁਰਖ ਨੂੰ। ਗੁਸਲ ਕਰ ਦਨਬੂਦ। ਗੁਸਲ ਇਸ਼ਨਾਨ ਕਰਨਾ ਸੀ, ਸਰੀਰ ਦਾ ਤਾਂ ਬੜਾ ਕਰ ਲੈਨੇ ਐ। ਸੋ ਇਹ ਸਰੀਰ ਦਾ ਇਸ਼ਨਾਨ ਹੋਰ ਹੈ ਤੇ ਅੰਦਰ ਦਾ ਹੋਰ ਹੈ। ਸੰਧਿਆ ਅਪਰਾਧ ਇਸ਼ਨਾਨ ਕੁਰਾਹੀ, ਜੋ ਪੈ ਦਾਦਰੂ ਪਾਣੀ ਮਾਹੀ। ਕਾਚੀ ਪੀਤ ਨਾ ਸੁਧ, ਜਿੰਨਾ ਮਰਜੀ ਨਹਾਤੀ ਧੋਤੀ ਕਰੀ ਚਲੋ। ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲ ਮਲ ਧੋਵੇ। ਸੋ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹੋ ਜਗ ਭਰਮ ਭੁਲਾਇਆ ਵਿਰਲਾ ਬੂਝੇ ਕੋਏ। ਅੰਦਰ ਦਾ ਇਸ਼ਨਾਨ, ਆਤਮਾ ਦਾ ਇਸ਼ਨਾਨ, ਜਨਮਾਂ ਜਨਮਾਂ ਦੀ ਮੈਲ ਜਿਹੜੀ ਲਾਉਣੀ ਹੈ ਕਰ ਨਾ ਬੂੰਦ ਤੂੰ ਨਹੀਂ ਲਾਈ, ਉਹ ਇਸ਼ਨਾਨ ਨਾ ਬਾਣੀ ਸਿਮਰਤ ਨਹੀਂ ਕੀਤਾ। ਭਗਤ ਜੀ ਕਹਿੰਦੇ ਹਨ, ਗੁਸਲ ਕਰ ਦਨਬੂਦ। ਗੁਸਲ ਨਾਮ ਇਸ਼ਨਾਨ ਦਾ, ਕਰਦ ਨਾਮ ਕਰਨ ਦਾ ਸੀ ਨਾਮ, ਬੂੰਦ ਤੋਂ ਤੇਰੇ ਪਾਸੋਂ ਨਹੀਂ ਹੋਇਆ। ਅੰਦਰ ਆਤਮੇ ਦਾ ਇਸ਼ਨਾਨ ਨਹੀਂ ਹੋਇਆ, ਬਾਹਰ ਦੇ ਇਸ਼ਨਾਨ ਨਾਤੀ ਧੋਤੀ ਵਿੱਚ ਫਸਿਆ ਹੋਇਆ ਹੈ। ਕਰ ਫਕਰ ਦਾਇਮ ਲਾਏ ਚਸ਼ਮੇ। ਪੰਗਤੀਆਂ ਨਾਤੇ ਪੂਜਾ ਨਾਈ ਨਿਵਾਜਾ, ਨਾਮ ਸਦਾ ਸੁਜਾਣੀ। ਮੋਇਆਂ ਜੀਵਦਿਆਂ ਗਤ ਹੋਵੇ, ਜਾਂ ਸਿਰ ਪਾਈਏ ਪਾਣੀ। ਇਹ ਪੰਗਤੀਆਂ ਨਾਮ ਧਾਰੀਆਂ ਨੂੰ ਬੜਾ ਕੰਮ ਦਿੰਦੀਆਂ ਨੇ। ਫੋਟੋ ਬਣਾਈ ਹੋਈ ਹੈ, ਸਿਰ 'ਚ ਪਾਣੀ ਪਾਈ ਜਾਂਦੇ, ਭਲਾ ਸਿਰ ਨਹਾਉਣ ਨਾਲ ਮੁਕਤੀ ਮਿਲ ਜਾਊ। ਜੋ ਦਾਦਰ ਡੱਡੂ ਪਾਣੀ ਵਿੱਚ ਹੁੰਦਾ ਹੈ, ਮੱਛੀਆਂ ਪਾਣੀ 42 ਲੱਖ ਜੂਨ ਪਾਣੀ ਵਿੱਚ ਹੈ, ਪਾਣੀ ਨੇ ਮੁਕਤੀ ਨਹੀਂ ਦੇਣੀ। ਸੋ ਨਹਾਉਣ ਵਾਲੇ ਭਾਵ ਉਹ ਨਹਾਤੇ ਪੂਜਾ ਕਰਨ ਵਾਲੇ ਤੇ ਨਹਾਉਣ ਵਾਲੇ, ਨਮਾਜ਼ ਪੜ੍ਹਨ ਵਾਲੇ, ਬੱਚਿਆਂ ਨੂੰ ਹੋਰ ਮੁਰਦਿਆਂ ਨੂੰ ਹੋਰ ਸਾਰੇ ਨਿਭਾ ਲੈਂਦੇ ਤੇ ਨਹਾਉਣਾ ਹੀ ਚਾਹੀਦਾ ਹੈ। ਜੇ ਸਿਰ ਖੁੱਥੇ ਨਹਾਵਣ ਨਾ ਹੀ ਤਾਂ 7 ਚੱਟੇ ਸਿਰ ਸ਼ਾਹੀ ਆਦਿਕ ਪੰਕਤੀਆਂ ਨੇ। ਇਹ ਨਹੀਂ ਵੀ ਨਹਾਉਣ ਦਾ ਖੰਡਣ ਹੈ। ਸੋ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਰੋਗਾ ਤੋਂ ਆ ਰਹਿਤ ਹੋਵੇਗਾ।
ਜਹ ਤਹ ਮੌਜੂਦ। ਉਹ ਪਰਮੇਸ਼ਰ ਕਰਤਾ ਪੁਰਖ ਜਿੱਥੇ ਵੇਖੋ ਜਹਾਂ ਤਹਾਂ ਮੌਜੂਦ, ਹਾਜ਼ਰਾ ਹਜ਼ੂਰ ਹੈ, ਦੂਰ ਕਿਤੇ ਨਹੀਂ। ਪਰ ਭਰੋਸਾ ਨਹੀਂ ਬਣਦਾ, ਯਕੀਨ ਨਹੀਂ ਆਉਂਦਾ। ਭਗਤ ਪ੍ਰਹਿਲਾਦ ਨੂੰ ਬੜਿਆਂ ਸਜ਼ਾਵਾਂ ਦਿੱਤੀਆਂ ਪਿਤਾ ਨੇ, ਸਾਰਿਆਂ ਤੋਂ ਬਚਦਾ ਰਿਹਾ ਤੇ ਲੋਹੇ ਦਾ ਥੰਮ ਤਪਾ ਕੇ ਨਾਲ ਚੰਬੇੜਿਆ, ਚੰਬੜ ਗਿਆ, ਬਚ ਗਿਆ। ਉਸ ਥੰਮ ਦੇ ਲੋਹੇ ਵਿੱਚੋਂ, ਚਾਰ ਖਾਣੀਆਂ ਵਿੱਚੋਂ ਨਹੀਂ ਤੇ ਮਿਆਨ ਚੋਂ ਖਿੱਚ ਲਈ ਕਿਰਪਾਨ, ਤਾਂ ਲੈ ਗਿਆ ਬਾਂਹ ਮੋਢੇ ਤੋਂ, ਕਹਿੰਦਾ ਇੰਨੀਆਂ ਥਾਵਾਂ ਤੋਂ ਬਚ ਗਿਆ, ਮੇਰੀ ਕਿਰਪਾਨ ਤੋਂ ਕੌਣ ਬਚਾਊ। ਤੇ ਕਿੰਨਾ ਭਰੋਸਾ ਸੀ ਪ੍ਰਹਿਲਾਦ ਦੇ ਮਨ 'ਚ, ਪਿਤਾ ਜੀ ਜਿੰਨੇ ਇੰਨੀਆਂ ਥਾਵਾਂ ਤੋਂ ਬਚਾਇਆ, ਤੇਰੀ ਕਿਰਪਾਨ ਤੋਂ ਵੀ ਜ਼ਰੂਰ ਬਚਾਊ। ਤੇ ਹਰਨਾਕਸ਼ ਨੇ ਕਿਰਪਾਨ ਮਾਰ ਦਿੱਤੀ, ਲਿਹਾਜ਼ ਨਹੀਂ ਕੀਤਾ, ਛਿੰਨ ਵਿੱਚ ਪ੍ਰਗਟ ਹੋ ਕੇ ਆਪਣੇ ਹੱਥ 'ਤੇ ਵਾਰ ਰੋਕ ਲਿਆ। ਕੌਣ ਹੋ ਸਕਦਾ ਇੰਨੇ ਭਰੋਸੇ ਵਾਲਾ, ਸਾਨੂੰ ਯਕੀਨ ਆਊ, ਇੰਨਾ ਨੇੜੇ ਹੈ ਸਭ ਦੇ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ, ਜਹ ਤਹ ਮੌਜੂਦ। ਜਹਾਂ ਤਹਾਂ ਜਿੱਥੇ ਵੇਖੋ ਹਾਜ਼ਰਾ ਹਜ਼ੂਰ ਮੌਜੂਦ ਹੀ ਹੈ, ਦੂਰ ਕਿਤੇ ਵੀ ਨਹੀਂ, ਸਰਬ ਵਿਆਪੀ ਰਮਿਆ ਹੋਇਆ ਹੈ। ਪਰ ਭਰੋਸਾ ਯਕੀਨ ਬਣਾਉਣਾ ਬੜਾ ਭਾਰੀ ਜ਼ਰੂਰੀ ਹੈ। ਅੱਲਾਹ ਪਾਕੰ ਪਾਕ ਹੈ। ਅੱਲਾਹ ਲੱਖ ਨਾ ਲਿਖੇ ਜਾਣਾ ਵਾਲਾ, ਪਾਕੰ ਕਾ ਪਾਕ, ਪਵਿੱਤਰ ਤੋਂ ਪਵਿੱਤਰ। ਉਹਨੂੰ ਤੇ ਮੈਲ ਲੱਗਦੀ ਨਹੀਂ, ਸਾਜਣਾ ਲੱਗੇ ਮੈਲ ਕਿਆ ਮਲ ਧੋਈਏ। ਗੁਣਹੇ ਹਾਰ ਪਰੋਏ ਕਿਸ ਕੋ ਰੋਈਏ। ਸੱਚ ਨੂੰ ਹਿਰਦੇ ਵੀ ਪੱਲੇ ਬੰਨੂ, ਉਹਨੂੰ ਆਂਚ ਨਹੀਂ ਲੱਗਦੀ। ਸੱਚੋ ਔਰੇ ਸਭ ਕੋ ਉਪਰ ਸੱਚ ਆਚਾਰ, ਇਹ ਸੱਚ ਸਭਨਾ ਕਾ ਖਸਮ ਹੈ, ਪਰ ਲੱਭਣਾ ਬੜਾ ਮੁਸ਼ਕਿਲ ਹੋ ਗਿਆ ਹੈ। ਅੱਲਾਹ ਪਾਕ ਨੂੰ ਪਾਕ, ਪਵਿੱਤਰ ਤੋਂ ਪਵਿੱਤਰ ਹੈ, ਮੈਲ ਲੱਗਦੀ ਨਹੀਂ। ਆਪ ਜੀ ਕਹਿੰਦੇ ਹਨ, ਸ਼ੱਕ ਕਰੋ ਜੇ ਦੂਸਰ ਹੋਏ। ਸ਼ੱਕ ਕਰੋ ਜੀ, ਉਹਦੇ ਤੋਂ ਬਿਨਾਂ ਦੂਜਾ ਕੋ ਹੋਰ ਵੀ ਹੈ ਦੁਨੀਆ ਤੇ, ਤੁਝ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਕੋਈ ਦੂਜਾ ਉਸ ਤੋਂ ਬਿਨਾਂ ਨਹੀਂ। ਨਾ ਵੰਡੀਆਂ ਪਾਓ, ਨਾ ਭੁਲੇਖੇ 'ਚ ਪਾਓ। ਇਸ ਪ੍ਰਕਾਰ ਕਰਤੇ ਪੁਰਖ ਨਿਰੰਕਾਰ ਕਾਲ ਪੁਰਖ ਨਾਲ ਜੁੜੋ, ਜਿਹਨੇ ਨਿਰਗੁਣ ਤੋਂ ਸਰਗੁਣ ਸਰੂਪ ਧਾਰਿਆ। ਉਹ ਹਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਕਹਿੰਦੇ ਹਨ, ਕਬੀਰ ਕਰਮ ਕਰੀਮ ਕਾ। ਕਬੀਰ ਜੀ ਕਹਿੰਦੇ ਕਰਮ ਜਿਹੜਾ ਕਰਤਾ ਤੇ ਜੀਵ ਕਰਦਾ ਹੈ, ਕਰੀਮ ਕਿਰਪਾ ਕਰਨ ਵਾਲੇ ਪਰਮੇਸ਼ਰ ਕਰਤੇ ਪੁਰਖ ਕਿਰਪਾ ਮਿਹਰ ਕਰਨ ਵਾਲਾ ਹੈ। ਉਹ ਕਰ ਜਾਣੈ ਸੋਏ। ਜੋ ਉਹ ਕਰਦਾ ਹੈ ਤੇ ਉਸ ਨੂੰ ਉਹ ਜਾਣਦਾ ਵੀ ਹੈ, ਭੁੱਲਿਆ ਹੋਇਆ ਨਹੀਂ। ਸਾਨੂੰ ਕੀ ਕਰਨਾ ਚਾਹੀਦਾ ਹੈ, ਉਸ ਕਰਤੇ ਪੁਰਖ ਦੀ ਚਰਨੀ ਲੱਗਣਾ ਚਾਹੀਦਾ ਹੈ। ਨੰਦ ਲਾਲ ਜੀ ਕਹਿੰਦੇ ਨੇ, ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸਰਾਹੀ ਪੀਤੀ, ਪਾਹੇ ਹਮਾਰੇ ਲਿਖੀ ਫਕੀਰੀ, ਸੋ ਮਸਤਕ ਧਰ ਲੀਤੀ, ਪਿਛਲੀ ਉਮਰ ਗਨਾਹੀ ਬੀਤੀ, ਹਰ ਕੀ ਭਗਤ ਨ ਕੀਤੀ। ਆਗੇ ਸਮਝ ਚੱਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ ਹੱਥ ਨਹੀਂ ਆਉਣੀ। ਆਉਣ ਵਾਲਾ ਸਮਾਂ ਸਾਰੇ ਸਾਹਮਣਾ ਕਰੋ। ਤੰਤਾ ਜੋਗ ਵਿਡਿਆਈ ਦੇ ਪਾਤਰ ਆਪ ਕਾਲ ਪੁਰਖ ਦਸੇ ਸਰੂਪ ਗੁਰੂ ਰਾਮਦਾਸ ਮਹਾਰਾਜ ਸਾਹਿਬ, ਸਤਿਕਾਰਯੋਗ ਵੀਰ ਜਗਤਾਰ ਸਿੰਘ ਜਿਨ੍ਹਾਂ ਨੇ ਹੁਕਮ ਲਾਇਆ ਤੁਹਾਡੇ ਸੰਗਤਾਂ ਦੇ ਦਰਸ਼ਨ ਕਰਨ ਦੇ, ਜੋੜੇ ਚਾੜਨ ਦੇ। ਸਤਿਗੁਰੂ ਕਿਰਪਾ ਕਰਨ, ਪੜ੍ਹਿਆ ਸੁਣਿਆ ਥਾਂ ਪਾਉਣ, ਹੋਈਆਂ ਭੁੱਲ ਗਲਤੀਆਂ ਦੀ ਮੁਆਫ਼ੀ ਬਖਸ਼ਿਸ਼ ਕਰਨ। ਕੁਝ ਹੋਰ ਵੀ ਕਹਿਣ ਨੂੰ ਚਿੱਤ ਕਰਦਾ ਸੀ, ਸਮਾਂ ਤੇ ਘੜੀ ਲਿਹਾਜ਼ ਨਹੀਂ ਕਰਦੀ। ਸਾਨੂੰ ਵੀ ਬੇਲਿਹਾਜ਼ੇ ਹੀ ਹੋਣਾ ਚਾਹੀਦਾ ਹੈ ਤੇ ਸੱਚ ਨਾਲ ਜੁੜਨਾ ਚਾਹੀਦਾ ਹੈ। ਵੇਖੋ ਵੇਖੀ ਬੰਦਿਆਂ ਦੇ ਮਗਰ ਨਹੀਂ ਲੱਗਣਾ। ਅੰਮ੍ਰਿਤ ਛਕੋ, ਗੁਰੂ ਨਾਨਕ ਪਾਤਸ਼ਾਹ ਸਿੱਖ ਬਣੋ, ਕਲਗੀਧਰ ਦੇ ਪੁੱਤਰ ਬਣੋ। ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨ ਕਰੋ। ਵਾਹਿਗੁਰੂ ਮੰਤਰ ਮੂਲ ਮੰਤਰ ਨਾਲ ਜੁੜੋ, ਕਥਾ ਕੀਰਤਨ ਨਾਲ ਜੁੜੋ, ਫਿਰ ਲੋਕ ਪਰਲੋਕ ਸੁਹੇਲੇ ਸਫਲੇ ਹੋਵਾਂਗੇ। ਅੱਲਾਹ ਪਾਕੰ ਪਾਕ ਹੈ, ਸਾਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।